ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨਾ। ਬਸ ਹੈ ਸਦਾ ਮਨ ਸਥਿਰ ਹੋਵੇ। ਲਹ ਪਰਮ ਕਲਿਆਣਾ। ਚਰਨ ਕਮਲ ਸਤਿਗੁਰੂ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੰਧਿਆ ਦੇ ਸਮੇਂ ਤੋਂ ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸਜੇ ਹਨ। ਬੇਅੰਤ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਨਿਤਨੇਮ ਨਾਲ ਰੋਜ਼ਾਨਾ ਹੀ ਆਪਾਂ ਸੋਦਰ ਰਹਿਰਾਸ ਸਾਹਿਬ ਤੋਂ ਬਾਅਦਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਇਤਿਹਾਸ ਹੈ ਉਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਕਹਿਣੇ ਕਰਕੇ
9 ਖੰਡਾਂ ਦੀ ਜਿਹੜੀ ਹੈ ਯਾਤਰਾ ਕਰਾਈ ਤੇ 9 ਖੰਡਾਂ ਵਿੱਚ ਹੀ ਜਾ ਕੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਐਸੇ ਗੁਰੂ ਮਹਾਰਾਜ ਜੀ ਪ੍ਰਗਟ ਹੋ ਕੇ 9 ਖੰਡਾਂ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਜਿਹੜਾ ਚੱਕਰ ਫਰਾਇਆ। ਸੱਚੇ ਪਾਤਸ਼ਾਹ ਜੀ ਫਿਰ ਜੰਮੂ ਦੇ ਇਲਾਕੇ ਵਿੱਚ ਆਏ। ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਵੀ ਜੰਮੂ ਸ਼ਹਿਰ ਦਾ ਨਾਮ ਕਿਵੇਂ ਪਿਆ ਇਸ ਦਾ ਇਲਾਕੇ ਦਾ, ਉੱਥੋਂ ਦੀ ਸਾਰੀ ਜਿਹੜੀ ਹੈ ਕਥਾ ਸੁਣਾਈ। ਫਿਰ ਇੱਕ ਜੋ ਨਗਰ ਹੈ ਗੁਜਰਾਤ ਜਿਹੜੇ ਵਿੱਚ ਇੱਥੇ ਨੇੜੇ ਹੀ ਟਾਂਡਾ ਨਗਰ, ਉੱਥੇ ਗੁਰੂ ਨਾਨਕ ਸਾਹਿਬ ਜੀ ਗਏ। ਜਿਹੜਾ ਇਹ ਵਣਜਾਰਿਆਂ ਦਾ ਨਗਰ ਸੀ ਟਾਂਡਾ, ਅਤੇ ਇੱਥੋਂ ਦੇ ਲੋਕਾਂ ਨੇ ਜਿਹੜਾ ਇਹਨਾਂ ਦਾ ਮੁਖੀਆ ਸੀ, ਬਹੁਤ ਲੰਬੇ ਸਮੇਂ ਤੋਂ ਉਹਦੇ ਘਰ ਕੋਈ ਔਲਾਦ ਧੀ ਪੁੱਤਰ ਕੋਈ ਨਹੀਂ ਸੀ ਹੋਇਆ। ਜਿਸ ਦਿਨ ਗੁਰੂ ਸਾਹਿਬ ਜੀ ਗਏ ਹੈ ਸ਼ਾਮ ਦੇ ਵੇਲੇ, ਉਸੇ ਦਿਨ ਹੀ ਇਹਦੇ ਘਰ ਪੁੱਤਰ ਜਨਮਿਆ ਸੀ। ਵਣਜਾਰੇ ਲੋਕ ਬਹੁਤ ਵਧਾਈਆਂ ਦੇ ਰਹੇ ਹੈ, ਖੁਸ਼ੀਆਂ ਮਨਾ ਰਹੇ ਹੈ, ਨੱਚਣ ਟੱਪ ਰਹੇ ਹੈ। ਗੁਰੂ ਸਾਹਿਬ ਜੀ ਟਾਂਡੇ ਨਗਰ ਦੇ ਬਾਰ-ਬਾਰ ਇੱਕ ਬਾਗ 'ਚ ਬੈਠੇ ਹੋਏ ਹੈ। ਇਹ ਲੋਕ ਖੁਸ਼ੀਆਂ ਦੇ ਮਨਾਈ ਜਾਂਦੇ ਹੈ, ਪਰ ਗੁਰੂ ਸਾਹਿਬ ਜੀ ਨੂੰ ਕਿਸੇ ਨੇ ਆਓ ਭਗਤੀ ਨਹੀਂ ਕੀਤੀ ਹੈ, ਸੰਤ ਜਾਣ ਕੇ ਕੋਈ ਨਮਸਕਾਰ ਹੀ ਨਹੀਂ ਕੀਤੀ। ਵਣਜਾਰੇ ਲੋਕ ਨੱਚ ਟੱਪ ਕੇ ਸ਼ਾਮ ਦਾ ਜਦੋਂ ਵੇਲਾ ਹੋਇਆ ਤੇ ਆਪੋ ਆਪਣੇ ਘਰੀ ਚਲੇ ਗਏ। ਕੋਈ ਵੀ ਜਿਹੜਾ ਹੈ ਸਤਿਗੁਰੂ ਜੀ ਦੇ ਨਾਲ ਕਿਸੇ ਨੇ ਬਚਨ ਨਹੀਂ ਕੀਤਾ, ਕੋਈ ਬੋਲਿਆ ਹੀ ਨਹੀਂ। ਜਦੋਂ ਸਾਰੇ ਘਰ ਵਿੱਚ ਚਲੇ ਗਏ, ਭਾਈ ਮਰਦਾਨਾ ਜੀ ਕਹਿਣ ਲੱਗਾ ਵੀ ਵੇਖੋ ਮਹਾਰਾਜ ਇਹ ਵਣਜਾਰੇ ਕਿਵੇਂ ਖੁਸ਼ੀਆਂ ਨਾਲ ਭਰੇ ਹੰਕਾਰੇ ਆਕੜੇ ਫਿਰਦੇ ਹੈ। ਆਪ ਜੀ ਨੂੰ ਸੰਤ ਜਾਣ ਕੇ ਕੋਈ ਨਮਸਕਾਰ ਹੀ ਨਹੀਂ ਕੀਤੀ ਇਹਨਾਂ ਦੇ। ਕਿਵੇਂ ਇਹਨਾਂ ਨੂੰ ਵਣਜਾਰਿਆਂ ਨੂੰ ਉਹ ਆਪਣੇ ਮੁਖੀ ਘਰ ਪੁੱਤਰ ਹੋਏ ਦੇ ਖੁਸ਼ੀ ਹੈ, ਅਤੇ ਕਿਵੇਂ ਇਹਨਾਂ ਦੇ ਅੰਦਰ ਗਰਭ ਜਿਹੜਾ ਵਧਿਆ ਹੋਇਆ ਹੈ। ਕਿਵੇਂ ਮਹਾਰਾਜ ਖੁਸ਼ੀਆਂ ਮਨਾ ਰਹੇ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਕੋਈ ਨਹੀਂ, ਇਹ ਜੋ ਖੁਸ਼ੀਆਂ ਮਨਾ ਰਹੇ ਹੈ ਤੇ ਇਹ ਜਿਹੜਾ ਪੁੱਤਰ ਜਨਮਿਆ ਇਹ ਕਰਜ਼ਾ ਹੀ ਆਪਣਾ ਲੈਣ ਆਇਆ ਹੈ। ਬਸ ਉਹਦਾ ਜੇ ਕਰਜ਼ਾ ਪੂਰਾ ਹੋ ਗਿਆ ਹੈ, ਜੋ ਕੁਝ ਉਹਨੇ ਲੈਣਾ ਸੀ ਸਵੇਰੇ ਅੰਮ੍ਰਿਤ ਵੇਲੇ ਇਸਨੇ ਚੜ੍ਹਾਈ ਕਰ ਜਾਣਾ ਹੈ। ਜਿਨ੍ਹਾਂ ਮੂੰਹਾਂ ਨਾਲ ਲੋਕ ਵਧਾਈਆਂ ਦੇ ਰਹੇ ਹੈ, ਫਿਰ ਇਹੋ ਸਾਰੇ ਇੱਥੇ ਵਿਰਲਾਪ ਕਰਨਗੇ। ਅਤੇ ਗੁਰੂ ਸਾਹਿਬ ਜੀ ਪ੍ਰੇਮ ਵਿੱਚ ਆ ਕੇ ਫਿਰ ਜਿਹੜਾ ਗੁਰਬਾਣੀ ਦਾ ਸ਼ਬਦ ਸ੍ਰੀ ਰਾਗ ਵਿੱਚ ਆਉਂਦਾ ਹੈ ਉਹ ਉਚਾਰਨ ਕੀਤਾ। ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਇਹ ਸਾਰਾ ਹੀ ਸ਼ਬਦ ਉਚਾਰਨ ਕੀਤਾ। ਅੰਮ੍ਰਿਤ ਵੇਲਾ ਹੋ ਆਇਆ। ਉਹ ਪੁੱਤਰ ਜਿਹੜਾ ਵਣਜਾਰਿਆਂ ਦੇ ਮੁਖੀ ਘਰ ਹੋਇਆ ਸੀ ਚੜ੍ਹਾਈ ਕਰ ਗਿਆ। ਇਹ ਲੋਕ ਤੇ ਫਿਰ ਬਹੁਤ ਰੋਣ ਪਿੱਟਣ ਲੱਗੇ। ਮਾਈਆਂ ਬੀਬੀਆਂ ਜਿਹੜੀਆਂ ਆਪਣੇ ਵਾਲ ਪੁੱਟਣ ਲੱਗੀਆਂ। ਫਿਰ ਅਖੀਰੀ ਉਹਨਾਂ ਨੇ ਲੈ ਕਰਕੇ ਤੇ ਇਸ ਨੂੰ ਜਿਹੜਾ ਹੈ ਦੱਬ ਦਿੱਤਾ, ਕਿਉਂਕਿ ਛੋਟਾ ਜਿਹਾ ਸੀ, ਜਿਸ ਕਰਕੇ ਸੰਸਕਾਰ ਨਾ ਕੀਤਾ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ 'ਚ ਤੇ ਇੱਥੋਂ ਤੱਕ ਹੀ ਪ੍ਰਸੰਗ ਆਇਆ ਵੀ ਗੁਰੂ ਸਾਹਿਬ ਜੀ ਚਲੇ ਗਏ। ਪਰ ਜੋ ਗੋਬਿੰਦ ਦਾਸ ਦਾ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਇੱਕ ਪ੍ਰਿਆ ਟਿੱਪਣ ਪੁਸਤਕ ਲਿਖਿਆ ਹੈ, ਅਤੇ ਜੋ ਪਟਿਆਲੇ ਦੇ ਰਾਜੇ ਸਨ ਉਹਨਾਂ ਦੇ ਖਾਨਦਾਨ ਦੇ ਕੋਲੋਂ ਤਵਾਰੀਖ ਮਿਲੀ ਹੈ, ਲਿਖੀ ਹੋਈ ਪਈ ਹੈ ਪੁਰਾਣੀ, ਜਿਹਦੇ ਵਿੱਚ ਲਿਖਿਆ ਸੀ ਕਿ ਇਹ ਜਦੋਂ ਫਿਰ ਪੁੱਤਰ ਚੜ੍ਹਾਈ ਕਰ ਗਿਆ ਅਤੇ ਉਹ ਮਹਾਰਾਜ ਜੀ ਪਾਸ ਲੈ ਕੇ ਆਏ।
ਤੇ ਲੋਕ ਜਿਹੜੇ ਨਾਲ ਆਏ ਸਿਆਣੇ ਹੋਰ ਵੀ ਉਹਨਾਂ ਗੁਰੂ ਅੱਗੇ ਬੇਨਤੀ ਕੀਤੀ, ਮਹਾਰਾਜ ਦੇ ਪਿਤਾ ਜਿਹੜਾ ਧੀਰਜ ਨਹੀਂ ਰੱਖ ਰਿਹਾ ਹੈ ਤੇ ਨਾ ਉਹ ਲੜਕੇ ਦਾ ਚਾਚਾ ਹੀ ਰੋਣ ਹਟਦਾ ਸੀ, ਤੇ ਆਪ ਜੀ ਕਿਰਪਾ ਕਰੋ ਇਸ ਨੂੰ ਸੁਰਜੀਤ ਕਰੋ। ਪਰ ਉਹਦਾ ਪਿਓ ਤੇ ਚਾਚਾ ਬਹੁਤੇ ਰੋ ਰਹੇ ਸਨ, ਮਾਈਆਂ ਵੀ ਬਹੁਤ ਰੋ ਰਹੀਆਂ ਸੀ। ਫਿਰ ਉਸ ਵੇਲੇ ਭਾਈ ਮਰਦਾਨਾ ਵੀ ਦਇਆ ਵਿੱਚ ਆ ਕੇ ਬੋਲਿਆ, ਮਹਾਰਾਜ ਆਪ ਜੀ ਨੇ ਇਹਨਾਂ ਨੂੰ ਜੀਵਨ ਦਿੱਤਾ ਹੈ, ਕਿਰਪਾ ਕਰੋ ਇਸ 'ਤੇ ਵੀ ਕਿਰਪਾ ਕਰਕੇ ਇਹਨਾਂ ਦੀ ਜਿਹੜੀ ਕੁੱਲ ਹੈ ਉਹਨੂੰ ਕਾਇਮ ਰੱਖਣ ਵਾਸਤੇ ਇਹਨੂੰ ਤੁਸੀਂ ਜਿਹੜਾ ਜੀਵਤ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆ ਤੂੰ ਰਬਾਬ ਨੂੰ ਸੁਰ ਵਿੱਚ ਕਰ, ਅਤੇ ਜਿਹੜੇ ਰੋ ਰਹੇ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਚੁੱਪ ਕਰੋ। ਉਹ ਸਾਰੇ ਚੁੱਪ ਕਰ ਗਏ। ਗੋਦ ਵਿੱਚ ਬੱਚਾ ਮਰਿਆ ਹੋਇਆ ਲਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਜਿਹੜਾ ਪਹਿਲਾ ਸ਼ਬਦ ਉਚਾਰਿਆ ਹੈ ਤੇ ਇਹਦੇ ਵਿਰਾਗ ਕਰਨ ਵਾਸਤੇ, ਵਿਰਾਗਮਈ ਉਪਦੇਸ਼ ਦੇਣ ਵਾਸਤੇ ਉਚਾਰਨ ਕੀਤਾ। ਫਿਰ ਦੂਸਰਾ ਸ਼ਬਦ ਉਚਾਰ ਕੇ ਕਿ ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ, ਇਹ ਸ਼ਬਦ ਉਚਾਰ ਕੇ ਉਹ ਜਿਹੜਾ ਲੜਕਾ ਸੁਰਜੀਤ ਕਰ ਦਿੱਤਾ, ਉਹ ਜਿਉਂਦਾ ਹੋ ਗਿਆ। ਫਿਰ ਇਹਨਾਂ ਨੂੰ ਗੁਰੂ ਜੀ ਨੇ ਉਪਦੇਸ਼ ਕੀਤਾ ਵੀ ਤੁਸੀਂ ਹੁਣ ਸਿੱਖੀ ਧਾਰਨ ਕਰੋ ਅਤੇ ਸਤਿਨਾਮ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਣਾ ਹੈ। ਧਰਮਸ਼ਾਲਾ ਧਰਮ ਦੀ ਜਗ੍ਹਾ ਬਣਾਓ ਅਤੇ ਉੱਥੇ ਲੰਗਰ ਚਲਾਇਆ ਕਰੋ, ਆਏ ਗਏ ਸੰਤਾਂ ਦੀ ਸੇਵਾ ਕਰਿਆ ਕਰੋ, ਜਿਸ ਕਰਕੇ ਤੁਹਾਡਾ ਜਿਹੜਾ ਭਲਾ ਹੋਏਗਾ। ਫਿਰ ਇਹ ਲੋਕ ਮਹਾਰਾਜ ਦੀ ਸ਼ਰਣੀ ਪਏ ਸਨ ਸਾਰੇ ਵਣਜਾਰੇ। ਇੱਥੇ ਹੀ ਟਾਂਡੇ ਨਗਰ ਵਿੱਚ ਹੀ ਜਿਹੜੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਹੋਏ ਹੈ, ਜੋ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਦਮਦਮੀ ਟਕਸਾਲ ਦੇ ਜੋ 10ਵੇਂ ਮੁਖੀ ਸਨ, ਉਹਨਾਂ ਤੋਂ ਵਰਸਾਏ ਇਹ ਸੰਤ ਬਾਬਾ ਪ੍ਰੇਮ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਮੱਤੋ ਵਾਲੇ, ਇਹ ਵੀ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦੇ ਵਿਦਿਆਰਥੀ ਸਨ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹ ਤਿੰਨੇ ਸੰਤ ਜੋ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਤੋਂ ਜਿਨ੍ਹਾਂ ਵਿੱਦਿਆ ਪੜ੍ਹੀ ਹੋਈ ਸੀ, ਅਤੇ ਨਾਲ ਗਿਆਨੀ ਗੁਰਦਿਆਲ ਸਿੰਘ ਆਦਮਪੁਰੇ ਵਾਲੇ, ਜਿਨ੍ਹਾਂ ਨੇ 28 ਕਥਾ ਬੋਪਾ ਰਾਏ ਵਿੱਚ ਕੀਤੀਆਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਸੰਤ ਬਾਬਾ ਹੋਤੀ ਮਰਦਾਨ ਵਾਲੇ ਸੰਪਰਦਾ ਵਿੱਚੋਂ ਭਾਈ ਰਾਮ ਸਿੰਘ ਜੀ, ਅਤੇ ਜਿਹੜੇ ਗ੍ਰੰਥੀ ਭਾਈ ਸ਼ਾਮ ਸਿੰਘ ਜੀ, ਇਹ ਵੀ ਅਚਾਨਕ ਹੀ ਜਿਨ੍ਹਾਂ ਦਾ ਡੇਰਾ ਅੰਮ੍ਰਿਤਸਰ ਹੈ, ਇਹ ਵੀ ਕਹਿੰਦੇ ਅਚਾਨਕ ਹੀ ਇੱਥੇ ਟਾਂਡੇ ਨਗਰ ਵਿੱਚ ਪਹੁੰਚੇ ਹੋਏ ਸਨ। ਅਤੇ ਇਹਨਾਂ ਮਹਾਂਪੁਰਖਾਂ ਪੰਜਾਂ ਨੇ ਜਿਹੜਾ ਹੈ ਉੱਥੇ ਟਾਂਡੇ ਨਗਰ ਵਿੱਚ ਪਹਿਲਾਂ ਤਾਂ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦਾ ਦੁਸ਼ਹਿਰਾ ਮਨਾਇਆ, ਫਿਰ ਹੋਲਾ ਮਹੱਲਾ ਮਨਾਇਆ। ਜਦੋਂ ਪੋਹ ਸੁਦੀ ਸਪਤਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਇਆ, ਫਿਰ ਉਸ ਨੂੰ ਮਨਾਇਆ। ਉਦੋਂ ਫਿਰ ਸਿੱਖੀ ਦਾ ਬੜਾ ਤਕੜਾ ਪ੍ਰਚਾਰ ਕੀਤਾ ਇਹਨਾਂ ਮਹਾਂਪੁਰਖਾਂ ਨੇ, ਅਤੇ ਉਹ ਇੱਕੇ ਦਿਨ ਹੀ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ 10,000 ਪ੍ਰਾਣੀਆਂ ਵਣਜਾਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਇਹਨਾਂ ਪੰਜਾਂ ਮਹਾਂਪੁਰਖਾਂ ਨੇ। 23 ਘੰਟੇ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਬਾਰ-ਬਾਰ ਦੁਬਾਰਾ ਜਿਹੜੇ ਬਾਟੇ ਤਿਆਰ ਕਰਨੇ ਪਏ ਸਨ। 10,000 ਪ੍ਰਾਣੀ ਨੂੰ ਮਾਈ ਭਾਈ ਨੂੰ ਅੰਮ੍ਰਿਤ ਛਕਾ ਕੇ, ਅਤੇ ਇੱਥੇ ਸੰਤਾਂ ਨੇ ਪਹਿਲਾਂ ਕਈ ਮਹੀਨੇ ਪ੍ਰਚਾਰ ਕੀਤਾ ਕਿਹਾ ਵੀ ਤੁਸੀਂ ਇਹ ਉਹ ਸਥਾਨ ਹੈ ਟਾਂਡਾ ਨਗਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਤੁਹਾਡੇ ਬਜ਼ੁਰਗਾਂ ਨੂੰ ਜੀਵਨ ਦਾਨ ਦਿੱਤਾ ਹੈ। ਫਿਰ ਤੁਹਾਡੇ ਬਜ਼ੁਰਗ ਹੀ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਜੀ ਦੀ ਸੰਗਤ ਕੀਤੀ, ਅਤੇ ਗੁਰੂ ਮਹਾਰਾਜ ਜੀ ਨੇ ਵਣਜਾਰਿਆਂ
ਇਹ ਪੈਰਾਂ ਦੇ ਵਿੱਚ ਹੀ ਬਾਣੀ ਉਚਾਰਨ ਕੀਤੀ, ਉਹ ਵੀ ਸ੍ਰੀ ਰਾਗ ਦੇ ਵਿੱਚ ਅਗਲੇ ਪਾਸੇ ਹੀ ਆ ਜਾਂਦੀ ਹੈ। ਇਹਨਾਂ ਨੂੰ ਮਹਾਂਪੁਰਖਾਂ ਨੇ ਦੱਸਿਆ ਵੀ ਤੁਹਾਡੇ ਵਣਜਾਰਿਆਂ ਨੇ ਐਵੇਂ ਸਤਿਗੁਰਾਂ ਦੇ ਨਾਲ ਪਹਿਲੇ ਦਿਨੋਂ ਹੀ ਜੁੜੇ ਆ ਰਹੇ ਹੈ। ਫਿਰ ਤੁਹਾਡੇ ਬਜ਼ੁਰਗ ਭਾਈ ਮੱਖਣ ਸ਼ਾਹ ਲੁਬਾਣਾ ਤੇ ਉਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੌਰੇ ਵਿੱਚੋਂ ਪ੍ਰਗਟ ਕੀਤਾ ਸੀ ਬਾਬੇ ਬਕਾਲੇ ਵਿਖੇ। ਤੇ ਤੁਹਾਡੇ ਬਜ਼ੁਰਗ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜੇ ਸਰੀਰ ਦਾ ਅੰਤਮ ਸੰਸਕਾਰ ਘਰ ਸਮੇਤ ਆਪਣੇ ਨੂੰ ਸਾੜ ਕੇ ਕੀਤਾ ਸੀ। ਤੇ ਤੁਸੀਂ ਤੇ ਉਸ ਪਰਿਵਾਰ ਵਿੱਚੋਂ ਜੋ ਪਰਿਵਾਰ ਤੁਹਾਡੇ ਬਜ਼ੁਰਗ ਗੁਰੂ ਘਰ ਨਾਲ ਜੁੜੇ ਆ ਰਹੇ, ਤੇ ਤੁਸੀਂ ਕੋ ਮਨ ਮਤ ਧਾਰਨ ਕੀਤੀ ਹੋਈ, ਕਿਉਂਕਿ ਜਿਹੜੀਆਂ ਇਹਨਾਂ ਦੀ ਮਾਈਆਂ ਬੀਬੀਆਂ ਸਨ ਉਹ ਘੱਗਰੀਆਂ ਦੀਆਂ ਪਾਉਂਦੀਆਂ ਸੀ, ਛਣਕਾਰੇ ਛਣਕੂਰੇ ਝਾਂਜਰਾਂ ਝੁੰਜਰਾਂ ਦੀਆਂ ਬਹੁਤੀਆਂ, ਤੇ ਜਿਹੜੇ ਇਹ ਵੀ ਆਪ ਢੱਠੀ ਜੀ ਪੱਗ ਤੇ ਗਲ ਵਿੱਚ ਪਰਨਾ ਤੇੜ ਧੋਤੀ ਬੰਨ੍ਹਦੇ ਸਨ। ਮਹਾਂਪੁਰਖਾਂ ਨੇ ਕਿਹਾ ਵੀ ਤੁਹਾਡੇ ਬਜ਼ੁਰਗਾਂ ਨੇ ਇੰਨੀ ਸੇਵਾ ਕੀਤੀ ਤੇ ਤੁਸੀਂ ਗੁਰੂ ਦੀ ਸਿੱਖੀ ਧਾਰਨ ਕਰੋ, ਇਹ ਮਨ ਮਤ ਛੱਡੋ, ਜਿਹੜੇ ਮਾੜੇ ਮੋਟੇ ਖਾਣੇ ਪਿਆਣੇ ਤਿਆਗਣੇ ਤਾਂ ਆਗ ਦੋ। ਇਹ ਸਾਰੇ ਸੰਤਾਂ ਦੀ ਕਮਾਈ ਕਰਕੇ ਬਚਨ ਸੁਣ ਕੇ ਇੱਕ ਦਿਨ ਹੀ 10,000 ਫਿਰ ਪ੍ਰਾਣੀ ਨੇ ਅੰਮ੍ਰਿਤ ਛਕਿਆ ਵਣਜਾਰਿਆਂ ਨੇ, ਜਿਨ੍ਹਾਂ ਵਿੱਚ ਸਿੱਖੀ ਦਾ ਪ੍ਰਚਾਰ ਹੁਣ ਅੱਜ ਤੱਕ ਚੱਲ ਰਿਹਾ ਹੈ, ਜਿਨ੍ਹਾਂ ਗੁਰੂ ਘਰ ਦੀ ਸੇਵਾ ਵੀ ਕੀਤੀ ਹੈ। ਇਹਨਾਂ ਵਣਜਾਰਿਆਂ ਦੇ ਤਾਂ ਹੀ ਗੁਰੂ ਮਹਾਰਾਜ ਨੇ ਉਪਦੇਸ਼ ਵੀ ਕੀਤਾ। ਇਸ ਤਰ੍ਹਾਂ ਉਹ ਟਾਂਡੇ ਨਗਰ ਵਿੱਚ ਗੁਰੂ ਕੀ ਸਿੱਖੀ ਜਿਹੜੀ ਪਰਪੱਕ ਹੋਈ ਹੁਣ ਚੱਲ ਰਹੀ ਹੈ। ਛੇਵੇਂ ਪਾਤਸ਼ਾਹ ਜੀ ਨੇ ਵੀ ਇੱਥੇ ਆ ਕੇ ਬੜਾ ਪ੍ਰਚਾਰ ਕੀਤਾ ਸੀ ਤੇ ਸਿੱਖ ਬਹੁਤੇ ਤਿਆਰ ਹੋਏ ਸਨ। ਇਹ ਪ੍ਰਸੰਗ ਆਪਾਂ ਕੱਲ੍ਹ ਜਿਹੜਾ ਵਿਸਥਾਰ ਨਾਲ ਸਰਵਣ ਕਰ ਲਿਆ ਹੈ। ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜਾ ਦੁਨੀ ਚੰਦ ਹੈ ਲਾਹੌਰ ਸ਼ਹਿਰ ਦਾ, ਉਸ ਨੂੰ ਜਿਵੇਂ ਉਪਦੇਸ਼ ਦਿੱਤਾ, ਉਹ ਕਥਾ ਵਿਚਾਰ ਅੱਜ ਆ ਰਹੀ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਰਨ ਕਮਲ ਸਤਿਗੁਰੂ ਕੇ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਇੱਥੇ ਕਹਿ ਰਹੇ ਵੀ ਇਹ ਕਥਾ ਸੁਣਨ ਵਾਲੇ ਸਰੋਤੇ ਜਨੋ, ਗੁਰੂ ਕੇ ਪਿਆਰਿਓ ਸਿੱਖੋ ਮਾਈ ਭਾਈ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹਨ, ਸੁਖ ਕੋ ਸਦਨ ਪਛਾਨਾ। ਸਤਿਗੁਰੂ ਜੀ ਦੇ ਚਰਨ ਕਮਲ ਸੁੱਖਾਂ ਦਾ ਤੇ ਘਾਰੀ ਹਨ, ਪਛਾਣ ਲਓ ਜੀ। ਬਸ ਹੈ ਸਦਾ ਮਨ ਸਥਿਰ ਹੋਵੇ। ਜਿਹੜਾ ਵੀ ਜਿਸ ਦੇ ਮਨ ਵਿੱਚ ਵੀ ਗੁਰੂ ਜੀ ਦੇ ਚਰਨ ਵਸ ਜਾਂਦੇ, ਉਹਦਾ ਮਨ ਟਿਕ ਜਾਂਦਾ ਹੈ। ਉਹਦਾ ਮਨ ਜਿਹੜਾ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਜਿਸ ਜਾਏ, ਇਹ ਜਿਹੜਾ ਦਸਾਂ ਦਿਸ਼ਾਵਾਂ 'ਚ ਮਨ ਭੱਜਦਾ ਸੀ ਤੇ ਜਿਨ੍ਹਾਂ ਦਾ ਮਨ ਗੁਰੂ ਜੀ ਦੇ ਚਰਨਾਂ ਵਿੱਚ ਵਸ ਗਿਆ ਹੈ, ਉਹ ਮਨ ਟਿਕ ਜਾਂਦਾ ਹੈ। ਲਹਿ ਪਰਮ ਕਲਿਆਣ। ਜਿਸ ਕਰਕੇ ਉਹ ਮਹਾਨ ਜਿਹੜੀ ਮੁਕਤੀ ਹੈ, ਕਲਿਆਣ ਲੈ ਲੈਂਦਾ ਹੈ। ਇਹ ਮਨ ਦੇ ਸਾਰੇ ਸਿਆਪੇ ਹੈ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਜੇ ਮਨ ਟਿਕ ਜਾਵੇ, ਗੁਰੂ ਕੀ ਸੰਗਤ ਚੰਗੀ ਲੱਗਦੀ ਹੈ, ਮਨ ਟਿਕ ਜਾਏ, ਗੁਰੂ ਦੀ ਬਾਣੀ ਚੰਗੀ ਲੱਗਦੀ ਹੈ, ਮਨ ਟਿਕ ਜਾਏ, ਗੁਰੂ ਕੇ ਸਿਮਰਨ ਸੇਵਾ ਕਰਨ ਵਾਲੇ ਚੰਗੇ ਲੱਗਦੇ ਹੈ। ਇਹ ਜਿੰਨਾ ਚਿਰ ਮਨ ਨਹੀਂ ਨਾ ਟਿਕਦਾ, ਉਹਨਾਂ ਚਿਰ ਇਹ ਸਾਰੇ ਜਿਹੜੇ ਰੌਲੇ ਹੈ। ਤਾਂ ਹੀ ਤੇ ਹਰ ਗੱਲ ਵਿੱਚ ਮਨੁੱਖ ਕਹਿੰਦਾ ਵੀ ਤੂੰ ਗੁਰੂ ਘਰ ਨਹੀਂ ਗਿਆ, ਮੇਰਾ ਮਨ ਨਹੀਂ ਕੀਤਾ,
ਤੂੰ ਜਾਂਦਾ ਨਹੀਂ ਹੈ, ਮੇਰਾ ਮਨ ਨਹੀਂ ਮੰਨਦਾ। ਮਨ ਮੰਨੇਗਾ ਤੇ ਜਾਏਗਾ, ਮਨ ਨੂੰ ਹੀ ਮਨਾਉਂਦੇ ਰਹਿੰਦੇ ਹਾਂ। ਇਸ ਕਰਕੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਜੀ ਦੇ ਚਰਨ ਵਸ ਗਏ, ਉਹਨਾਂ ਦਾ ਮਨ ਟਿਕ ਜਾਂਦਾ ਹੈ, ਜਿਸ ਕਰਕੇ ਪਰਮ ਕਲਿਆਣ ਕੇਵਲ ਮੁਕਤੀ ਉਹ ਲੈ ਲੈਂਦੇ ਆ, ਅਭੇਦ ਹੋ ਜਾਂਦੇ ਪਰਮੇਸ਼ਰ ਵਿੱਚ। ਸ੍ਰੀ ਬਾਲਾ ਸੰਦਰਵਾਚ ਚੌਪਈ, ਸ੍ਰੀ ਅੰਗਦ ਸੁਨੀਏ ਗੁਣ ਭਵਨੰ। ਭਾਈ ਬਾਲਾ ਜੀ ਕਹਿੰਦੇ ਆ, ਹੇ ਗੁਣਾਂ ਦੇ ਘਰ ਗੁਰੂ ਅੰਗਦ ਦੇਵ ਸਾਹਿਬ ਜੀ, ਮਹਾਰਾਜ ਅੱਗੇ ਵੀ ਸਤਿਗੁਰ ਜੀ ਦਾ ਪਵਿੱਤਰ ਇਤਿਹਾਸ ਸੁਣੀਏ। ਤਿਹ ਤੇ ਕੀਨਾ ਗੁਰੂ ਪੁਨ ਗਵਨੰ। ਫਿਰ ਇੱਥੇ ਵਣਜਾਰਿਆਂ ਨੂੰ ਟਾਂਡੇ ਨਗਰ ਵਿੱਚ ਸਿੱਖੀ ਦ੍ਰਿੜਾ ਕੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਬਖਸ਼ ਕੇ ਕਿ ਭਾਈ ਸਦਾ ਹੀ ਸਤਿਨਾਮ ਜਪਣਾ ਹੈ, ਸਿੱਖੀ ਧਾਰਨ ਕਰਨੀ ਹੈ, ਆਏ ਗਏ ਸੰਤਾਂ ਦੀ ਸੇਵਾ ਕਰਨੀ ਹੈ। ਇਹ ਸੱਚਾ ਉਪਦੇਸ਼ ਦੇ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਅੱਗੇ ਚੱਲਣਾ ਕੀਤਾ। ਲਾਪੁਰ ਕੇ ਜਬ ਗਏ ਸਮੀਪਾ। ਇੱਥੋਂ ਚੱਲ ਕੇ ਜਦੋਂ ਮਹਾਰਾਜ ਜੀ ਲਵਪੁਰ ਕਹੀਏ ਲਾਹੌਰ ਦੇ ਨੇੜੇ ਗਏ ਐ, ਕਰੀ ਸਥਿਤ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਜੋ ਦੀਵਾ ਰੂਪ ਪ੍ਰਕਾਸ਼ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਇਹ ਲਾਹੌਰ ਦੇ ਵਾਰ-ਵਾਰ ਜਾ ਕੇ ਸਥਿਤੀ ਕੀਤੀ ਹੈ, ਵਾਰ-ਵਾਰ ਜਾ ਕੇ ਮਾਰਜ ਟਿਕ ਗਏ ਹਨ। ਦੁਨੀ ਚਾਂਦ ਤਹ ਬਨਿਆ ਭਾਰੀ। ਲਾਹੌਰ ਚੰਦ ਸ਼ਹਿਰ ਦੇ ਵਿੱਚ ਦੁਨੀ ਚੰਦ ਬੜਾ ਭਾਰੀ ਬਾਣੀਆਂ ਹੈ ਸੀ। ਗੁਰ ਕੀਰਤ ਤਿਸ ਸੁਣੀ ਅਗਾਰੀ। ਇਹ ਦੁਨੀ ਚੰਦ ਬਾਣੀਏ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਪਹਿਲਾਂ ਵੀ ਸੁਣੀ ਹੋਈ ਸੀ ਲੋਕਾਂ ਕੋਲੋਂ। ਤਿਹ ਦਿਨ ਕੀਨੋ ਸਰਾਧ ਵਿਸਾਲਾ। ਜਿਸ ਦਿਨ ਗੁਰੂ ਮਹਾਰਾਜ ਜੀ ਇੱਥੇ ਲਾਹੌਰ ਆਏ ਹੈ, ਉਸੇ ਦਿਨ ਹੀ ਇਹਨੇ ਆਪਣੇ ਆਪ ਪਿੱਤਰਾਂ ਦੇ ਜਿਹੜੇ ਚੜ੍ਹਾਈ ਕੀਤੇ ਵੱਡ ਵਡੇਰੇ, ਉਹਨਾਂ ਦੇ ਨਿਮਿਤ ਬੜਾ ਤਗੜਾ ਸ਼ਰਾਧ ਕੀਤਾ ਸੀ। ਪਿਤ ਕੀ ਬਰਸੀਣੀ ਲੱਖ ਕਾਲਾ। ਇਹ ਵਰੇ ਦਾ ਦਿਨ ਹੁੰਦਾ ਬਰਸ਼ੀ, ਜਿਸ ਦਿਨ ਸਰਾਧਾਂ ਦੇ ਵਿੱਚ ਕੋਈ ਆਪਣਾ ਚੜ੍ਹਾਈ ਕੀਤਾ ਹੋਵੇ, ਉਸੇ ਦਿਨ ਹੀ ਜਿਹੜਾ ਕੋਈ ਭੋਜਨ ਤਿਆਰ ਕਰਕੇ ਤੇ ਛਕਾਉਣਾ ਬ੍ਰਾਹਮਣਾਂ ਨੂੰ ਆਦਿਕ ਦਿਨ ਮਨਾਉਣਾ। ਵਰੇ ਦਾ ਦਿਨ ਸਾਲ ਬਾਅਦ ਜਿਹਨੂੰ ਅਸੀਂ ਵਰੀਣਾ ਕਹਿ ਦਿੰਦੇ ਹਾਂ, ਵੀ ਵਰੀਣੀ ਦਾ ਅਰਥ ਹੁੰਦਾ ਅਸਲ ਵਿੱਚ ਵੀ ਜਿੱਦਣ ਚੜ੍ਹਾਈ ਕੀਤਾ ਤੇ ਉਸੇ ਦਿਨ ਹੀ ਜਿਹੜਾ ਭੋਜਨ ਪ੍ਰਸ਼ਾਦਾ ਕਰਨਾ। ਜਿਵੇਂ ਹੁਣ ਲੋਕ ਤੇ 2 ਮਹੀਨੇ ਨਹੀਂ ਲੰਘਦੇ ਤੇ ਮਗਰੇ ਹੀ ਉਹ ਪਾਠ ਧਰ ਦਿੰਦੇ, ਸੁਖਮਨੀ ਸਾਹਿਬ ਜੀ ਵਰੀਣਾ ਕਰ ਰਹੇ ਆ। ਵਰੀਣੇ ਦਾ ਅਰਥ ਹੈ ਵੀ ਸਾਲ ਬਾਅਦ ਜਦੋਂ ਚੜ੍ਹਾਈ ਕੀਤਾ ਹੈ। ਤੇ ਇਹ ਦੁਨੀ ਚੰਦ ਨੇ ਉਸ ਦਿਨ ਹੀ, ਜਿਸ ਦਿਨ ਗੁਰੂ ਸਾਹਿਬ ਜੀ ਲਾਹੌਰ ਵਿੱਚ ਆਏ ਹੈ, ਸਮਾਂ ਜਾਣ ਕੇ ਆਪਣੇ ਪਿਤਾ ਦੀ ਬਰਸ਼ੀ ਦਾ ਵਰੇ ਦਾ ਦਿਨ ਜਾਣ ਕੇ ਵੀ ਅੱਜ ਮੇਰੇ ਪਿਤਾ ਚੜ੍ਹਾਈ ਕੀਤੇ ਸੀ, ਬੜਾ ਤਕੜਾ ਸ਼ਰਾਧ ਕੀਤਾ ਹੈ। ਸੁਨ ਕਰ ਆਗਮ ਕਿਰਪਾ ਨਿਕੇਤਾ। ਗੁਰੂ ਨਾਨਕ ਸਾਹਿਬ ਜੀ ਵੀ ਕਿਰਪਾ ਦੇ ਘਰ ਆਏ ਹੋਏ ਲਾਹੌਰ ਵਿੱਚ, ਇਹ ਸੁਣ ਕਰਕੇ ਸੋ ਆਵਾ ਲੈਨੇ ਕੇ ਹੇਤਾ। ਇਹ ਦੁਨੀ ਚੰਦ ਮਹਾਰਾਜ ਜੀ ਨੂੰ ਆਪ ਹੀ ਜਿਹੜਾ ਲੈਣ ਵਾਸਤੇ ਉੱਥੇ ਆ ਗਿਆ ਬਾਰ-ਬਾਰ ਸ਼ਹਿਰ ਦੇ। ਪਦ ਅਰਬਿੰਦ ਸੋ ਬੰਧਨ ਕੀਨਾ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਆ ਕੇ ਨੇ ਮੱਥਾ ਟੇਕਣਾ ਕੀਤਾ ਦੁਨੀ ਚੰਦ ਬਾਣੀਏ ਨੇ। ਬਿਨੈ ਭਨੀ ਬਹੁ ਹੋਇਓ ਦੀਨਾ। ਬਹੁਤ ਬੇਨਤੀਆਂ ਨੇ ਕੀਤੀਆਂ, ਗੁਰੂ ਸਾਹਿਬ ਜੀ ਨੂੰ ਕਹੀਆਂ ਹੈ, ਬੜਾ ਨਿਮਰਤਾ ਵਿੱਚ ਹੋਇਆ ਇਹ ਦੁਨੀ ਚੰਦ। ਪੂਰਨ ਪੁਰਖ ਲਖੋ ਹਮ ਪ੍ਰੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਸੀਂ ਤਾਂ ਅਕਾਲ ਪੁਰਖ ਪੂਰਨ ਹੋ, ਮੇਰੀ ਪ੍ਰੀਤੀ ਨੂੰ ਜਾਣੋ ਜੀ। ਚਲਹੁ ਸਦਨ ਕੋ ਕਰਹੁ ਪੁਨੀਤਾ। ਤੇ ਮੇਰੇ ਘਰ ਵਿੱਚ ਚੱਲੋ ਆਪ ਜੀ, ਆਪਣੇ ਚਰਨ ਪਾ ਕੇ ਉਸ ਘਰ ਨੂੰ ਪਵਿੱਤਰ ਕਰੋ ਜੀ। ਤਿਹ ਬਿਲੋਕ ਕੈ ਪ੍ਰੇਮ
ਤਿਹ ਬਿਲੋਕ ਕੈ ਪ੍ਰੇਮ ਵਿਸਾਲਾ। ਇਹ ਦੁਨੀ ਚੰਦ ਦਾ ਬਹੁਤਾ ਪ੍ਰੇਮ ਪਿਆਰ ਦੇਖ ਕੇ ਮਹਾਰਾਜ ਗਮਨ ਕੀਓ ਉਠ ਸੰਗ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ ਉੱਠ ਕਰਕੇ ਦੁਨੀ ਚੰਦ ਦੇ ਨਾਲ ਹੀ ਚੱਲਣਾ ਕੀਤਾ। ਉਤੋ ਸਦਨ ਜੋ ਅਧਿਕ ਬਚਿਤਰਾ। ਦੁਨੀ ਚੰਦ ਦਾ ਜਿਹੜਾ ਘਰ ਜਿੱਥੇ ਬਹੁਤ ਸੋਹਣਾ ਬਣਿਆ ਹੋਇਆ ਸੀ ਮਕਾਨ, ਤਹਾਂ ਬਸਾਏ ਪਰਮ ਪਵਿੱਤਰਾ। ਉਸ ਸੋਹਣੇ ਮਕਾਨ ਚੰਗੇ ਜਿੱਥੇ ਸਫਾਈ ਕੀਤੀ, ਪਵਿੱਤਰਤਾਈ ਕੀਤੀ ਹੈ, ਸਤਿਗੁਰੂ ਪਵਿੱਤਰ ਰੂਪ ਮਹਾਰਾਜ ਉੱਥੇ ਬਿਠਾਏ ਐ ਇਸਨੇ। ਆਪ ਸਰਾਧ ਸਰਬ ਕਰਵਾਵਾ। ਆਪ ਇਸ ਨੇ ਜਿਹੜਾ ਸ਼ਰਾਧ ਹੈ ਆਪਣੇ ਪਿਤਾ ਦੇ ਨਿਮਿਤ ਸਾਰਾ ਹੀ ਕਰਵਾਇਆ। ਜਿਹੜੀ ਖੀਰ ਪੂੜੇ ਹੈ, ਕੜਾ ਬਣਵਾ ਰਿਹਾ ਆਪ ਹੀ। ਬਹੁ ਵਿਪਰਨ ਕੋ ਭੋਜਨ ਖਵਾਵਾ। ਜਿੰਨੇ ਲਾਹੌਰ ਸ਼ਹਿਰ ਦੇ ਬ੍ਰਾਹਮਣ ਹੈ ਸਾਰਿਆਂ ਨੂੰ ਸੱਦ ਕੇ ਇਹਨੇ ਭੋਜਨ ਛਕਾਇਆ, ਖੀਰ ਕੜਾ ਸਭ ਨੂੰ ਖਵਾਇਆ ਹੈ। ਜਬ ਸ੍ਰੀ ਗੁਰ ਕੇ ਗਇਓ ਸਮੀਪਾ। ਜਦੋਂ ਇਹ ਬ੍ਰਾਹਮਣਾ ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਗਿਆ, ਤਬ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਸਾਹਿਬ ਜੀ ਉਸ ਵੇਲੇ ਬੋਲੇ, ਕਿਹ ਕਾਰਨ ਤੇ ਕੀਨ ਆਹਾਰਾ। ਮਹਾਰਾਜ ਕਹਿੰਦੇ ਵੀ ਦੁਨੀ ਚਾਂਦਾ ਕਿਸ ਕਾਰਨ ਕਰਕੇ ਤੂੰ ਬੜਾ ਤਕੜਾ ਅੱਜ ਭੋਜਨ ਕੀਤਾ ਹੈ। ਬਹੁਤੇ ਨਰਨ ਬੁਲਾਏ ਖਵਾਰਾ। ਬਹੁਤ ਲੋਕਾਂ ਨੂੰ ਸੱਦ ਕੇ ਤੂੰ ਤੇ ਜਿਹੜਾ ਹੈ ਭੋਜਨ ਤਿਆਰ ਕਰਕੇ ਖਵਾਇਆ ਹੈ। ਭੀਰ ਭੂਰ ਤੇਰੇ ਘਰ ਮਾਹੀ। ਵੀ ਦੁਨੀ ਚੰਦ ਤੇਰੇ ਘਰ ਵਿੱਚ ਬਹੁਤੀ ਭੀੜ ਹੋ ਰਹੀ ਹੈ ਅੱਜ। ਕਹੋ ਬਿਰਤਾਂਤ ਸਭੈ ਹਮ ਪਾਹੀ। ਇਹ ਸਾਰਾ ਜਿਹੜਾ ਪ੍ਰਸੰਗ ਹੈ, ਬਿਰਤਾਂਤ ਹੈ, ਤੂੰ ਸਾਡੇ ਕੋਲ ਕਹਿ ਵੀ ਇਹ ਕਿਉਂ ਕੀਤਾ ਸਾਰਾ ਕੁਝ। ਦੁਨੀ ਚੰਦ ਦੋ ਕਰ ਬੰਦੇ। ਦੁਨੀ ਚੰਦ ਨੇ ਉਦੋਂ ਦੋਵੇਂ ਜਿਹੜੇ ਆਪਣੇ ਹੱਥ ਜੋੜੇ ਐ। ਬੋਲਿਓ ਸੁਣੀਏ ਪ੍ਰਭੂ ਮੁਕੰਦੇ। ਬੋਲਿਆ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਮੁਕਤੀ ਦਾਤਾ ਸਤਿਗੁਰੂ ਜੀ ਸੁਣੀਏ ਬਚਨ ਮੇਰਾ। ਦਿਵਸ ਆਜ ਕੇ ਮੇਰੋ ਤਾਤਾ। ਗੁਰੂ ਸਾਹਿਬ ਜੀ ਮੇਰੇ ਜੋ ਪਿਤਾ ਹੈ ਉਹ ਅੱਜ ਦੇ ਦਿਨ ਗਾ ਪਰ ਲੋਕ ਹੁਤੋ ਬਖਿਆਤਾ। ਪ੍ਰਗਟੀ ਮੇਰੇ ਪਿਤਾ ਜੀ ਅੱਜ ਦੇ ਦਿਨ ਪਰਲੋਕ ਵਿੱਚ ਚਲੇ ਗਏ ਸਨ। ਭਾਵ ਅੱਜ ਦੇ ਦਿਨ ਮਹਾਰਾਜ ਮੇਰੇ ਪਿਤਾ ਚੜ੍ਹਾਈ ਕਰ ਗਏ ਸੀ। ਤਿਹ ਨਿਮਿਤ ਮੈਂ ਕੀਨ ਆਹਾਰਾ। ਆਪਣੇ ਪਿਤਾ ਜੀ ਦੇ ਨਿਮਿਤ ਕਾਰਣੀ ਮੈਂ ਭੋਜਨ ਕੀਤਾ ਹੈ, ਸ਼ਰਾਧ ਕੀਤਾ ਹੈ। ਹੋਰ ਕੇ ਵਿਪਰਨ ਸਰਬ ਖਵਾਰਾ। ਜਿੰਨੇ ਆ ਲਾਹੌਰ ਸ਼ਹਿਰ ਦੇ ਬ੍ਰਾਹਮਣ ਤੇ ਉਹਨਾਂ ਨੂੰ ਸੱਦ ਕੇ ਭੋਜਨ ਤਿਆਰ ਕਰਕੇ ਖਵਾਇਆ ਹੈ ਸਤਿਗੁਰੂ ਜੀ। ਪੁਨ ਬੂਝਿਓ ਸ੍ਰੀ ਨਾਨਕ ਤਾਹੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਦੁਨੀ ਚੰਦ ਨੂੰ ਪੁੱਛਿਆ, ਤਵ ਪਿਤ ਪ੍ਰਾਪਤ ਭਇਓ ਕੇ ਨਾਹੀ। ਮਹਾਰਾਜ ਕਹਿਣ ਲੱਗੇ ਵੀ ਅੱਜ ਜੋ ਤੂੰ ਬ੍ਰਾਹਮਣ ਨੂੰ ਖਵਾਇਆ ਹੈ ਦੁਨੀ ਚੰਦ ਭੋਜਨ, ਇਹ ਤੇਰੇ ਪਿਤਾ ਨੂੰ ਵੀ ਪ੍ਰਾਪਤ ਹੋਇਆ ਕਿ ਨਹੀਂ ਪ੍ਰਾਪਤ ਹੋਇਆ ਹੈ। ਦੁਨੀ ਚੰਦ ਕਹਿ ਲਖੋ ਨਾ ਕੋ। ਦੁਨੀ ਚੰਦ ਕਹਿਣ ਲੱਗਾ ਮਹਾਰਾਜ ਮੈਂ ਤੇ ਨਹੀਂ ਜਾਣਦਾ ਪਹੁੰਚਿਓ ਰਹਿਓ ਕੇ ਭੂਖਾ ਸੋ। ਕਿ ਜੋ ਆ ਬ੍ਰਾਹਮਣ ਨੇ ਛਕਿਆ ਹੈ ਮੇਰੇ ਪਿਤਾ ਨੂੰ ਵੀ ਪਹੁੰਚਿਆ ਕਿ ਜਾਓ ਭੁੱਖਾ ਹੀ ਰਿਹਾ ਹੈ। ਇਸ ਬਿਦ ਕੀ ਸੁਧ ਰਾਵਰ ਜਾਨਾ। ਇਸ ਤਰ੍ਹਾਂ ਦੀ ਜਿਹੜੀ ਖਬਰ ਸੁੱਧ ਹੈ ਉਹ ਤੇ ਮਹਾਰਾਜ ਆਪ ਹੀ ਜਾਣਦੇ ਹੋ, ਤੁਸੀਂ ਸਭ ਜਾਣਦੇ ਹੋ। ਜੰਤ ਅਲਪ ਮਤ ਮੈਂ ਨਾ ਪਛਾਨੋ। ਮਹਾਰਾਜ ਮੇਰੀ ਤੇ ਮਤ ਬੜੀ, ਅਸੀਂ ਤੇ ਅਲਪ ਛੋਟੇ ਜੀਵ ਆ, ਥੋੜੀ ਮਤ ਵਾਲੇ। ਮੈਂ ਕੀ ਪਛਾਣਦਾ ਵੀ ਮੇਰਾ ਪਿਓ ਰੱਜਿਆ ਕੇ ਭੁੱਖਾ ਬੈਠਾ ਹੈ। ਗੁਰ ਕਹਿ ਤਵ ਪਿਤ ਸ਼ੁਦਾ ਅਧੀਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੁਨੀ ਚੰਦ ਜੇ ਤੂੰ ਸਾਨੂੰ ਪੁੱਛਦਾ ਹੈ ਤੇ ਅਸੀਂ ਕਹਿੰਦੇ ਆ ਵੀ ਤੇਰਾ ਪਿਤਾ ਜੋ ਤੇ ਭੁੱਖ ਦੇ ਅਧੀਨ ਹੋਇਆ ਹੈ,
ਭੁੱਖ ਨਾਲ ਦੁਖੀ ਹੋਇਆ ਬੈਠਾ ਹੈ। ਭੂਖੇ ਬਾਸਰ ਬੀਤੇ ਤੀਨਾ, ਹੁਣ ਉਹਨੂੰ 3 ਦਿਨ ਭੁੱਖਿਆਂ ਨੂੰ ਲੰਘ ਗਏ ਐ, ਬੀਤ ਗਏ ਐ ਤੇਰੇ ਪਿਓ ਨੂੰ। ਬੈਠਿਓ ਅਬਹਿਸ਼ ਦਾਤਰ ਸੋ, ਉਹ ਤੇ ਹੁਣ ਵੀ ਭੁੱਖ ਨਾਲ ਦੁਖੀ ਵਿਆਕਲ ਹੋਇਆ ਬੈਠਾ ਹੋਇਆ ਹੈ। ਤਾਹੇ ਨਾ ਪਹੁੰਚਿਓ ਭੋਜਨ ਕੋ, ਜੋ ਤੂੰ ਆ ਕਰਕੇ ਤਕੜਾ ਸ਼ਰਾਧ ਤੇ ਭੋਜਨ ਬ੍ਰਾਹਮਣਾਂ ਨੂੰ ਛਕਾਇਆ ਹੈ, ਉਸ ਤੇਰੇ ਪਿਤਾ ਨੂੰ ਤੇ ਕੋਈ ਨਹੀਂ ਭੋਜਨ ਪਹੁੰਚਿਆ। ਇਸ ਪ੍ਰਕਾਰ ਕੇ ਬਚਨ ਸੁਨੇ ਜਬ, ਇਸ ਤਰ੍ਹਾਂ ਦੇ ਜਦੋਂ ਦੁਨੀ ਚੰਦ ਨੇ ਬਚਨ ਸੁਣੇ ਐ, ਨਿਮਰ ਭਇਓ ਬੁਝਤ ਪਾਪਨ ਤਬ। ਬੜਾ ਨਿਮਰਤਾ ਵਿੱਚ ਹੋਇਆ ਤੇ ਸਤਿਗੁਰੂ ਜੀ ਨੂੰ ਇਹ ਪੁੱਛਣ ਲੱਗਾ, ਕਿਹ ਸਥਾਨ ਮੈਂ ਭੂਖਾ ਬੈਸਾ, ਗੁਰੂ ਸਾਹਿਬ ਜੀ ਮੇਰਾ ਪਿਓ ਕਿਸ ਸਥਾਨ ਦੇ ਵਿੱਚ ਹੁਣ ਭੁੱਖਾ ਬੈਠਾ ਹੋਇਆ ਹੈ। ਕਹੋ ਕਿਰਪਾ ਕਰ ਤਿਹ ਤਨ ਕੈਸਾ, ਕਿਰਪਾ ਕਰਕੇ ਇਹ ਵੀ ਦੱਸੋ ਵੀ ਉਹਦਾ ਸਰੀਰ ਕਿਸ ਤਰ੍ਹਾਂ ਦਾ ਹੈ, ਭਾਵ ਉਹ ਕਿਸ ਸਰੀਰ ਵਿੱਚ ਹੈ ਹੁਣ। ਖੇਤ ਬਤਾਵਨ ਬੈਨ ਅਲਾਏ, ਇਹ ਦੁਨੀ ਚੰਦ ਨੂੰ ਦੱਸਣ ਵਾਸਤੇ ਸਤਿਗੁਰੂ ਜੀ ਨੇ ਬਚਨ ਕਹੇ। ਤਬ ਪਿਤ ਬ੍ਰਿਕ ਦੇਹੀ ਕੋ ਪਾਏ, ਦੁਨੀ ਚੰਦ ਤੇਰਾ ਜੋ ਪਿਓ ਹੈ ਨਾ, ਉਹ ਹੁਣ ਬਘਿਆੜ ਦੀ ਦੇਹ ਨੂੰ ਪਾ ਕੇ ਬੈਠਾ ਹੋਇਆ, ਬਘਿਆੜ ਬਣਿਆ ਬੈਠਾ ਤੇਰਾ ਪਿਓ। ਪੰਚ ਕੋਸ ਪਰ ਝਾਰਨ ਮਾਹੀ, ਜਿੱਥੇ ਆਪਾਂ ਬੈਠੇ ਹੋਏ ਆ ਇਥੋਂ 5 ਕੋ ਝਾੜ ਦੇ ਵਿੱਚ ਬੈਠਾ ਹੈ ਉਹ ਤੇਰਾ ਪਿਓ। ਭੂਖੋ ਬੈਠ ਰਹਿਓ ਸੋ ਤਾਹੀ, 5 ਕੋ ਝਾੜ ਦੇ ਵਿੱਚ ਭੁੱਖਾ ਬੈਠਾ ਉਹ ਰੋ ਰਿਹਾ ਹੈ। ਦੇ ਆਹਾਰ ਤੁਮ ਤਹਿ ਠਾ ਜਾਵਹੋ, ਲੈ ਵੀ ਆਪਣੇ ਪਿਓ ਬਘਿਆੜ ਨੂੰ ਰਜਾਉਣ ਵਾਸਤੇ ਦੁਨੀ ਚੰਦ ਤੂੰ ਭੋਜਨ ਲੈ ਜਾ ਤੇ ਲੈ ਕੇ ਉਸੇ ਥਾਂ ਹੀ ਚਲਿਆ ਜਾ। ਦੇਖ ਸਰੂਪ ਨਾ ਮਨ ਡਰ ਪਾਵਹੋ, ਤੇ ਆਪਣੇ ਪਿਤਾ ਦਾ ਸਰੂਪ ਦੇਖ ਕੇ ਪਿਓ ਮਾਸਾਹਾਰੀ ਬਘਿਆੜ ਬਣਿਆ ਹੋਇਆ ਮਨ ਵਿੱਚ ਨਹੀਂ ਡਰਨਾ ਹੈ। ਤੇਰੇ ਦਰਸ਼ਨ ਕੋ ਜਬ ਹੇਰੇ, ਜਦੋਂ ਹੀ ਉਹ ਤੇਰਾ ਪਿਓ ਬਘਿਆੜ ਬਣਿਆ ਹੋਇਆ ਤੇਰੇ ਦਰਸ਼ਨ ਨੂੰ ਦੇਖੇਗਾ, ਮਾਨੁਖ ਦੇਹ ਧਰੈ ਤਿਸ ਬੇਰੇ, ਉਸੇ ਵੇਲੇ ਤੇਰੇ ਦਰਸ਼ਨ ਨਾਲ ਮਨੁੱਖਾਂ ਵਾਲਾ ਜਿਹੜਾ ਸਰੀਰ ਉਹ ਧਾਰ ਲਏਗਾ, ਭਾਵ ਸੂਖਮ ਸਰੀਰ ਧਾਰ ਲਏਗਾ। ਦੁਨੀ ਚੰਦ ਅਚਰਜ ਔਰ ਧਰਕੈ, ਦੁਨੀ ਚੰਦ ਇਹ ਕੁਝ ਸੁਣ ਕੇ ਬੜੇ ਆਪਣਾ ਹਿਰਦੇ ਵਿੱਚ ਅਸਚਰਜਤਾ ਹੈਰਾਨੀ ਜੀ ਧਾਰ ਕੇ, ਚੱਲਿਓ ਪਾਤਰ ਪਾਇਸ ਕੋ ਭਰ ਕੈ, ਵੱਡਾ ਸਾਰਾ ਭਾਂਡਾ ਜਾਂ ਖੀਰ ਨਾਲ ਚੰਗੀ ਤਰ੍ਹਾਂ ਭਰ ਕੇ ਤੇ ਚੱਲ ਪਿਆ। ਜਹਾਂ ਬਤਾਇਓ ਕਿਰਪਾ ਨਿਧਾਨਾ, ਜਿੱਥੇ ਸਤਿਗੁਰੂ ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਨੇ ਦੱਸਿਆ ਸੀ, ਦੇਖਿਓ ਤਹਾਂ ਜਾਏ ਸੋ ਥਾਨਾ, ਇਹ ਦੁਨੀ ਚੰਦ ਨੇ ਉਹ ਥਾਂ ਜਾ ਕੇ ਦੇਖਿਆ ਹੈ। ਬ੍ਰਿਕ ਬਲੋਕ ਝਾੜ ਮਹਿ ਜਬ ਹੀ, ਜਦੋਂ ਹੀ ਇਹਨੇ ਆ ਝਾੜ ਵਿੱਚ ਦੇਖਿਆ ਤੇ ਉਹ ਬਘਿਆੜ ਦਾ ਪਿਓ ਬਣੀ ਬੈਠਾ ਹੈ। ਕਰੀ ਦੂਰ ਤੇ ਬੰਧਨ ਤਬ ਹੀ, ਇਹਨੇ ਉਸ ਵੇਲੇ ਤੇ ਆ ਦੂਰੋਂ ਹੀ ਨਮਸਕਾਰ ਕੀਤੀ ਵੀ ਭਾਵੇਂ ਬਘਿਆੜ ਹੈ ਤੇ ਮੇਰਾ ਪਿਓ ਹੀ ਹੈ, ਨੇੜੇ ਨਹੀਂ ਗਿਆ ਡਰਦਾ। ਦੁਨੀ ਚੰਦ ਕੋ ਤਿਨ ਜੋ ਨਿਹਾਰਾ, ਜਦੋਂ ਉਹ ਬਘਿਆੜ ਨੇ ਇਹ ਦੁਨੀ ਚੰਦ ਨੂੰ ਦੇਖਿਆ ਹੈ, ਤਤ ਛਿਨ ਮਾਨੁਖ ਤਨ ਕੋ ਧਾਰਾ, ਬੜੀ ਛੇਤੀ ਜਿਹੜਾ ਮਨੁੱਖਾਂ ਵਾਲਾ ਸਰੀਰ ਸੂਖਮ ਸਰੀਰ ਉਸਨੇ ਧਾਰ ਲਿਆ ਬਘਿਆੜ ਦੀ ਦੇਹ ਛੱਡ ਕੇ। ਧਰ ਕਰ ਪਾਇਸ ਪਾਤਰ ਅਗਾਰੀ, ਇਹ ਦੁਨੀ ਚੰਦ ਨੇ ਜਿਹੜਾ ਵੱਡਾ ਸਾਰਾ ਖੀਰ ਦਾ ਭਰਿਆ ਭਾਂਡਾ ਲੈ ਕੇ ਗਿਆ ਸੀ ਉਹ ਆਪਣੇ ਪਿਤਾ ਅੱਗੇ ਰੱਖ ਕੇ ਹਿਤ ਬੂਝਨ ਕੇ ਗਿਰਾ ਉਚਾਰੀ, ਪੁੱਛਣ ਦੇ ਵਾਸਤੇ ਨੇ ਬਚਨ ਕਿਹਾ, ਤੁਮ ਧਰਮਾ ਤਪ ਥੇ, ਧਰਮਾਤਮ ਤੁਮ ਧਰਮਾ ਧਰਮਾਤਮ ਤੁਮ ਧਰਮ ਆਤਮ ਥੇ ਸਭ ਤਪਾਂਤੀ, ਤੁਮ ਧਰਮਾਤਮ ਕਹਿੰਦਾ ਪਿਤਾ ਜੀ ਤੁਸੀਂ ਤੇ ਆ
ਧਰਮ ਦੇ ਮਨ ਵਾਲੇ ਸੀ, ਤੁਹਾਡੀ ਧਰਮ ਦੀ ਆਤਮਾ ਸੀ ਸਭ ਤਰ੍ਹਾਂ ਨਾਲ। ਸ਼ੁਭ ਕਾਰਜ ਮਹਿ ਮਤ ਦਿਨ ਰਾਤੀ, ਰਾਤ ਦਿਨ ਚੰਗੇ ਕੰਮਾਂ ਵਿੱਚ ਹੀ ਤੁਹਾਡੀ ਤੇ ਅਕਲ ਮਤ ਲੀਨ ਰਹਿੰਦੀ ਸੀ, ਚੰਗੇ ਕੰਮ ਕਰਦੇ ਸੋ ਤੁਸੀਂ। ਕਿਉ ਕਰ ਦੇਹ ਬ੍ਰਿਕ ਕੀ ਪਾਈ, ਆ ਤੁਸੀਂ ਕਿਵੇਂ ਜਿਹੜੀ ਦੇਹ ਹੈ ਬਘਿਆੜ ਦੀ ਪਾ ਲਈ ਹੈ। ਇਹ ਪ੍ਰਸੰਗ ਮੁਝ ਦੇਹੁ ਸੁਨਾਈ, ਇਹ ਪ੍ਰਸੰਗ ਕਹਿੰਦਾ ਪਿਤਾ ਜੀ ਇਹ ਜਿਹੜਾ ਸਾਰਾ ਪ੍ਰਸੰਗ ਹੈ ਮੈਨੂੰ ਤੁਸੀਂ ਸੁਣਾ ਦਿਓ ਵੀ ਤੁਸਾਂ ਨੇ ਤੁਸੀਂ ਦੇ ਧਰਮ ਦੀ ਆਤਮਾ ਵਾਲੇ ਸੀ, ਚੰਗੇ ਕੰਮ ਕਰਦੇ ਸੀ, ਬਘਿਆੜ ਦੀ ਦੇਹ ਕਿਵੇਂ ਪਾ ਲਈ ਹੈ ਮੈਨੂੰ ਸੁਣਾ ਦਿਓ ਸਾਰਾ ਪ੍ਰਸੰਗ। ਆਪ ਬ੍ਰਿਕ ਦੇਹ ਤਜੀ ਹੈ ਜੈਸੇ, ਹੁਣ ਵੀ ਜਿਸ ਤਰ੍ਹਾਂ ਤੁਸਾਂ ਨੇ ਬਘਿਆੜ ਦੀ ਦੇਹ ਜਿਹੜੀ ਛੱਡ ਦਿੱਤੀ ਹੈ, ਮਾਨੁਖ ਤਨ ਪਾਇਓ ਕਹੋ ਕੈਸੇ, ਇਹ ਮੈਨੂੰ ਦੇਖਦਿਆਂ ਸਾਰੀ ਬਘਿਆੜ ਦੀ ਦੇਹ ਛੱਡ ਦਿੱਤੀ ਹੈ, ਕਿਸ ਤਰ੍ਹਾਂ ਮਨੁੱਖ ਦਾ ਸਰੀਰ ਪਾਇਆ ਉਹ ਵੀ ਦੱਸੋ ਜੀ। ਬੋਲਿਓ ਤਬ ਸੋ ਸੁਨਹ ਬਿਰਤਾਂਤਾ, ਉਹ ਜੋ ਬਘਿਆੜ ਬਣਿਆ ਸੀ ਇਹਦਾ ਪਿਤਾ ਦੁਨੀ ਚੰਦ ਦਾ ਉਹ ਮਨੁੱਖਾਂ ਵਾਲਾ ਸਰੀਰ ਜਿਹਾ ਪਾ ਕੇ ਬੋਲਿਆ ਵੀ हे ਪੁੱਤਰ ਦੁਨੀ ਚੰਦ ਸੁਣ ਮੇਰਾ ਪ੍ਰਸੰਗ। ਜਿਉ ਬੀਤੀ ਮਮ ਪਾਛਲ ਬਾਤਾ, ਜਿਉਂ ਮੇਰੇ ਪਿਛਲੇ ਜਨਮ ਵਿੱਚ ਮੇਰੇ ਨਾਲ ਗੱਲਬਾਤ ਬੀਤੀ ਹੈ ਹੋਈ ਹੈ। ਦੋਹਰਾ ਮ੍ਰਿਤੂ ਸਮਾ ਜਬ ਮੁਝ ਭਇਓ, ਇਹ ਪੁੱਤਰ ਜਦੋਂ ਆ ਮੇਰੇ ਮੌਤ ਦਾ ਸਮਾਂ ਹੋ ਆਇਆ ਸੀ, ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਸੀ, ਮੈਂ ਮਰਨ ਵਾਲਾ ਸੀ। ਤਬ ਇੱਕ ਨਰ ਤਿਹ ਥਾਨ, ਉਸ ਵੇਲੇ ਇੱਕ ਜਿਹੜਾ ਮਨੁੱਖ ਉੱਥੇ ਉਸੇ ਥਾਂ ਜਿੱਥੇ ਮੈਂ ਮਰਨ ਵਾਲਾ ਸੀ, ਮੀਨ ਮਾਸ ਰੀਦਤ ਹੁਤੋ, ਉਹ ਮਨੁੱਖ ਜਿਹੜਾ ਸੀ ਮੱਛੀ ਦਾ ਮਾਸ ਰਿੰਨ ਰਿਹਾ ਸੀ ਮਸਾਲੇ ਪਾ ਪਾ ਕੇ। ਤਿਹ ਧੁਨ ਸੁਨ ਕਰ ਕਾਨ, ਜਦੋਂ ਤੜਕੇ ਜੇ ਲਾਉਂਦਾ ਸੀ ਤੇ ਉਹ ਤੜਕੇ ਵਿੱਚ ਪਾਣੀ ਜਿਹਾ ਪਾਉਂਦਾ ਸੀ, ਉਹ ਛਣ ਛਣ ਦੀ ਆਵਾਜ਼ ਹੀ ਹੁੰਦੀ, ਉਹ ਮੇਰੇ ਕੰਨਾਂ ਵਿੱਚ ਪਈ ਉਹ ਸੁਣ ਕੇ। ਚੌਪਈ ਮਨ ਖਾਵਨ ਕੋ ਮਮ ਲਲਚਾਇਓ, ਉਸ ਵੇਲੇ ਮੇਰਾ ਮਨ ਖਾਣ ਨੂੰ ਵੀ ਲਲਚਾ ਗਿਆ, ਮੇਰੇ ਮਨ 'ਚ ਵੀ ਆ ਕੇ ਵੀ ਮਨਾ ਸਾਰੀ ਉਮਰ ਚੰਗੇ ਕੰਮ ਕੀਤੇ ਆ, ਆ ਕੰਡੇ ਤੋਂ ਬਗੈਰ ਤੂੰ ਕਿਉਂ ਨਾ ਖਾਧੀ ਮੱਛੀ। ਸੋ ਮੇਰੇ ਤਬ ਹਾਥ ਨਾ ਆਇਓ, ਉਹ ਜਿਹੜਾ ਪੁੱਤਰਾ ਮਾਸ ਸੀ ਨਾ ਮੱਛੀ ਦਾ ਉਹ ਮੇਰੇ ਹੱਥ ਹੀ ਨਹੀਂ ਆ ਮਾਸ ਦਾ ਭੋਜਨ। ਭਇਓ ਮ੍ਰਿਤਕ ਇਹ ਦੇਹੀ ਪਾਇਓ, ਤੇ ਉਹ ਮੈਂ ਉਸ ਵੇਲੇ ਫਿਰ ਜਦੋਂ ਮੈਨੂੰ ਮੱਛੀ ਦਾ ਮਾਸ ਨਾ ਮਿਲਿਆ ਮੈਂ ਮਰ ਗਿਆ, ਤੇ ਉਹਦੇ ਕਰਕੇ ਹੀ ਮਰਨੇ ਕਰਕੇ ਮੇਰੀ ਵਾਸ਼ਨਾ ਸੀ ਜਿਹਦੇ ਕਰਕੇ ਮੈਂ ਬਘਿਆੜ ਦੀ ਦੇਹ ਪਾ ਲਈ, ਕਿ ਜਾ ਜਾ ਕੇ ਹੁਣ ਮਾਸ ਹੀ ਖਾਂਦਾ ਰਹਿ ਤੂੰ। ਰਹੀ ਬਾਸ਼ਨਾ ਠਹਰ ਜਹਾਈ, ਜਿੱਥੇ ਮੇਰੇ ਮਨ ਦੀ ਵਾਸ਼ਨਾ ਠਹਿਰ ਰਹੀ ਸੀ ਟਿਕ ਰਹੀ ਸੀ, ਤੇ ਉਹਦੇ ਕਰਕੇ ਇਹ ਮੈਨੂੰ ਜਿਹੜਾ ਸਰੀਰ ਮਿਲ ਗਿਆ। ਉਹ ਗੁਰਬਾਣੀ ਵਿੱਚ ਵੀ ਲਿਖਿਆ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਈ, ਵੀ ਜਿੱਥੇ ਮਨ ਦੀ ਬਾਸ਼ਨਾ ਲੱਗੀ ਹੁੰਦੀ ਹੈ ਅੰਤ ਸਮੇਂ ਉਹ ਪ੍ਰਗਟ ਹੋ ਜਾਂਦੀ ਹੈ, ਜਿਸ ਕਰਕੇ ਫਿਰ ਜਿਹੜੀ ਹੈ ਦੇਹ ਜਿਹੜੀ ਹੈ ਪਾਉਂਦਾ ਹੈ ਮਨੁੱਖ ਵਾਸ਼ਨਾ ਦੇ ਅਧੀਨ ਹੀ ਦੇਹ ਪ੍ਰਾਪਤ ਹੁੰਦੀ। ਜਿਹੜੇ ਕੋਈ ਸਿਮਰਨ ਕਰਦੇ ਤਪ ਕਰਦੇ ਹੈ ਤੇ ਉਹ ਸਰੀਰ ਭਾਵੇਂ ਵਾਸ਼ਨਾ ਕਰਕੇ ਉਹਨਾਂ ਨੂੰ ਮਿਲ ਜਾਂਦਾ ਹੈ, ਪਰ ਸਰੀਰ ਭਾਵੇਂ ਇਹਨਾਂ ਨੂੰ ਮਿਲ ਜਾਂਦਾ ਹੈ ਤੇ ਉਹ ਭਾਵੇਂ ਉਹਨਾਂ ਨੂੰ ਸਰੀਰ ਮਿਲ ਹੀ ਜਾਂਦਾ ਹੈ, ਫਿਰ ਵੀ ਉਹ ਜਿਹੜੇ ਹੈ ਕਿਸੇ ਵੀ ਜੂਨ ਵਿੱਚ ਪੈ ਕੇ ਉਹ ਸਿਮਰਨ ਦੇ ਤਪ ਕਰਕੇ ਹੀ ਤੇ ਉਹਨਾਂ ਨੂੰ ਵਾਪਸ ਦੇ ਪ੍ਰਾਪਤ ਹੋ ਜਾਂਦੀ ਹੈ, ਛੇਤੀ ਛੁਟਕਾਰਾ ਹੋ ਜਾਂਦਾ ਹੈ। ਤੇ ਜਿਹੜੇ ਕੋਈ ਨਹੀਂ ਜਪ ਤਪ ਕਰਦੇ ਤੇ ਵਾਸ਼ਨਾ ਅੰਤ ਵੇਲੇ ਚਲ ਜਾਂਦੀ, ਉਹਨਾਂ ਦੇ ਤੇ ਜੋਗੀ ਲੰਘ ਜਾਂਦੇ ਇਹਦੇ ਵਿੱਚ ਜੂਨਾਂ ਵਿੱਚ ਹੀ। ਇਸ ਤਰ੍ਹਾਂ ਇਹ ਦੱਸ ਰਿਹਾ ਵੀ ਪੁੱਤਰ ਉਹ ਮਾਸ ਨਾ ਹੱਥ ਆਉਣੇ ਕਰਕੇ ਮੈਂ ਵਾਸ਼ਨਾ ਸੀ, ਮੇਰੀ ਵਾਸ਼ਨਾ ਟਿਕ ਰਹੀ ਸੀ, ਮੈਂ ਮਰ ਗਿਆ,
ਜਿਹਦੇ ਕਰਕੇ ਇਹ ਫਿਰ ਬਘਿਆੜ ਦੀ ਦੇਹੀ ਪਾਈ ਐ। ਪੂਰਨ ਪੁਰਖ ਤੋਹੇ ਘਰ ਆਵਾ। ਹੁਣ ਇਸ ਵੇਲੇ ਅਕਾਲ ਪੁਰਖ ਪਰਿਪੂਰਨ ਸਰੂਪ ਗੁਰੂ ਨਾਨਕ ਸਾਹਿਬ ਤੇਰੇ ਘਰ ਆਏ ਐ ਪੁੱਤਰ। ਦਰਸ ਪਵਿੱਤਰ ਤਾਹੇ ਤੈ ਪਾਵਾ। ਤੂੰ ਉਹਨਾਂ ਮਹਾਂਪੁਰਖਾਂ ਦਾ ਪਵਿੱਤਰ ਮਹਾਨ ਦਰਸ਼ਨ ਪਾਇਆ ਹੈ। ਤੇਰੋ ਦਰਸ਼ਨ ਮੈਂ ਕਰ ਲੀਨਾ। ਤੇਰਾ ਜਿਹੜਾ ਦਰਸ਼ਨ ਹੈ ਉਹ ਮੈਂ ਕਰ ਲਿਆ ਹੈ। ਜੋ ਮਾਨੁਖ ਤਨ ਭਾ ਮਨ ਚੀਨੋ। ਦੁਨੀ ਚੰਦ ਪੁੱਤਰੇ ਮਨ ਵਿੱਚ ਜਾਣ ਲਾ ਵੀ ਇਉਂ ਮੈਂ ਮਨੁੱਖ ਦਾ ਸਰੀਰ ਪਾਇਆ ਸੂਖਮ ਵੀ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਐ, ਉਹਨਾਂ ਤੈਨੂੰ ਨਿਹਾਲ ਕੀਤਾ, ਤੂੰ ਮੈਨੂੰ ਨਿਹਾਲ ਕਰ ਦਿੱਤਾ ਹੈ। ਨਾਨਕ ਨਦਰੀ ਨਦਰ ਨਿਹਾਲ ਹੈ। ਨਦਰੀ ਪਰਮੇਸ਼ਵਰ ਰੂਪ ਗੁਰੂ ਨਾਨਕ ਸਾਹਿਬ ਹੈ, ਉਹਨਾਂ ਆਪਣੀ ਨਦਰ ਨਾਲ ਹੀ ਨਿਹਾਲ ਕੀਤਾ ਦੁਨੀ ਚੰਦ ਨੂੰ। ਦੁਨੀ ਚੰਦ ਨੇ ਗਾਂ ਆਪਣੇ ਪਿਤਾ ਨੂੰ ਨਿਹਾਲ ਕਰ ਦਿੱਤਾ ਹੈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਐਵੇਂ ਉਹ ਦੁੱਖ ਦੂਰ ਕਰ ਦਿੱਤਾ ਹੈ। ਪੂਰਬ ਕਰਮ ਜਗੇ ਅਬ ਮੇਰੇ। ਜਿਹੜੇ ਪਿਛਲੇ ਕੋਈ ਪਹਿਲੇ ਚੰਗੇ ਕੰਮ ਕੀਤੇ ਉਹੀਓ ਮੇਰੇ ਜਗੇ ਹੈ ਚੰਗੇ ਕੰਮ। ਉੱਤਮ ਗਤ ਪਾਈ ਬਿਨ ਦੇਰੇ। ਜਿਸ ਕਰਕੇ ਬਿਨਾਂ ਦੇਰੀ ਤੋਂ ਹੀ ਮੈਂ ਉੱਤਮ ਗਤੀ ਪਾ ਲਈ ਹੈ, ਮੁਕਤੀ ਪਾ ਲਈ ਹੈ, ਮਹਾਨ ਪਦ ਪਾ ਲਿਆ ਹੈ। ਆਸ ਕਹਿ ਸੁਰਗ ਵਿਖੇ ਚੱਲ ਗਇਓ। ਇਸ ਤਰ੍ਹਾਂ ਕਹਿ ਕਰਕੇ ਦੁਨੀ ਚੰਦ ਦਾ ਜੋ ਪਿਤਾ ਹੈ ਉਹ ਤੇ ਸਵਰਗਪੁਰੀ ਚਲਾ ਗਿਆ। ਦੁਨੀ ਚੰਦ ਸੁਨ ਅਚਰਜ ਭਇਓ। ਦੁਨੀ ਚੰਦ ਇਹ ਸੁਣ ਕੇ ਬੜਾ ਹੈਰਾਨ ਹੋਇਆ। ਹਟ ਕਰ ਸਦਨ ਵਿਖੇ ਚੱਲ ਆਵਾ। ਉੱਥੋਂ ਮੁੜ ਕਰਕੇ ਝਾੜ ਵਿੱਚੋਂ ਤੇ ਚੱਲ ਕੇ ਘਰ ਆ ਗਿਆ। ਸ੍ਰੀ ਨਾਨਕ ਬੈਸੇ ਜਿਹ ਥਾਵਾ। ਜਿਸ ਥਾਂ ਉੱਪਰ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸੀ। ਕਰ ਬੰਧਨ ਉਸਤਤ ਬਹੁ ਭਾਖੀ। ਬਹੁਤ ਇਹਨੇ ਮੱਥਾ ਟੇਕ ਕਰਕੇ ਗੁਰੂ ਸਾਹਿਬ ਜੀ ਦੀ ਬਹੁਤ ਉਸਤਤ ਕੀਤੀ ਹੈ ਦੁਨੀ ਚੰਦ ਨੇ। ਅਤ ਸ਼ਰਧਾ ਮੈਂ ਭਾ ਅਬਿਲਾਖੀ। ਬਹੁਤ ਹੀ ਸ਼ਰਧਾ ਹਿਰਦੇ ਵਿੱਚ ਧਾਰ ਕੇ ਤੇ ਇੱਛਾ ਵਾਲਾ ਹੋਇਆ ਇਹ। ਨਾਗਰ ਈਸ਼ਰ ਰੂਪ ਉਜਾਗਰ। ਰੂਪ ਉਜਾਗਰ ਕਹਿੰਦਾ ਹੈ ਚਤੁਰ ਸਿਆਣੇ ਸਤਿਗੁਰੂ ਜੀ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਿਆ ਗਿਆਤਾ। ਚਤੁਰ ਸਿਆਣੇ ਸਤਿਗੁਰੂ ਜੀ ਈਸ਼ਰ ਰੂਪ ਉਜਾਗਰ ਪ੍ਰਗਟ ਹੀ। ਤੁਮ ਸਮਰੱਥ ਸਰਬ ਸੁਖ ਸਾਗਰ। ਤੁਸੀਂ ਸਰਬ ਕਲਾ ਸਮਰੱਥ ਹੋ, ਸਾਰੇ ਸੁੱਖਾਂ ਦੇ ਸਮੁੰਦਰੀ ਹੋ ਜੀ। ਭਗਤ ਵਛਲ ਕਰਨਾ ਕਰ ਸੁਆਮੀ। ਇਹ ਭਗਤਾਂ ਦੇ ਪਿਆਰੇ ਕਿਰਪਾ ਦੀ ਖਾਨ ਸੁਆਮੀ ਮਾਲਕ ਜੀ ਮੇਰੇ ਉੱਪਰ ਕਿਰਪਾ ਕਰੋ। ਦੀਨ ਬੰਦ ਪ੍ਰਭ ਅੰਤਰ ਜਾਮੀ। ਦੀਨਾਂ ਦੇ ਬੰਧੂ ਰਿਸ਼ਤੇਦਾਰ ਪਿਆਰੇ हे ਪ੍ਰਭੂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਜੀ। ਸੇਵਾ ਕਰਨ ਮੁਝੈ ਫਰਮਾਵਹੁ। ਆਪਣੀ ਸੇਵਾ ਕਰਨ ਵਾਸਤੇ ਗੁਰੂ ਸਾਹਿਬ ਜੀ ਮੈਨੂੰ ਫਰਮਾਓ, ਹੁਕਮ ਕਰੋ। ਤੁਮ ਸੰਤਨ ਕੇ ਨਿਤ ਚਿਤ ਭਾਵਹੁ। ਆਪ ਤੇ ਜਿਹੜੇ ਸਿਮਰਨ ਕਰਨ ਵਾਲੇ ਸੰਤ ਹੈ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਦੇ ਚਿੱਤ ਨੂੰ ਭਾਉਂਦੇ ਹੋ, ਚੰਗੇ ਲੱਗਦੇ ਹੋ ਜੀ। ਸੁਨ ਕਰ ਤਿਹ ਕੋ ਕਰਨ ਕਿਰਤਾਰਥ। ਸੁਣ ਕਰਕੇ ਮਹਾਰਾਜ ਦੁਨੀ ਚੰਦ ਨੂੰ ਵੀ ਨਿਹਾਲ ਸਫਲ ਕਿਰਤਾਰਥ ਕਰਨ ਵਾਸਤੇ ਬੋਲੇ ਦੇਨ ਹਾਰ ਪਰਮਾਰਥ। ਮੁਕਤੀ ਦੇਣ ਵਾਲੇ ਸਤਿਗੁਰੂ ਜੀ ਜਾਂ ਬ੍ਰਹਮ ਗਿਆਨ ਦੇਣ ਵਾਲੇ ਬਚਨ ਬੋਲੇ ਐ। ਹਮਾਰੀ ਸੋਚੀ ਰੱਖੋ ਸੰਭਾਰੀ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੁਨੀ ਚੰਦਾ ਸਾਡੇ ਕੋਲ ਇੱਕ ਸੂਈ ਹੈ, ਉਹ ਸੂਈ ਅਸੀਂ ਤੈਨੂੰ ਦੇਨੇ ਆ, ਇਹਨੂੰ ਤੂੰ ਸੰਭਾਲ ਕੇ ਰੱਖ। ਲੈ ਵਹਾਂਗੇ ਪਰਲੋਕ ਅਗਾਰੀ। ਤੇ ਇੱਥੇ ਨਹੀਂ ਇਹ ਸੂਈ ਲਵਾਂਗੇ, ਅੱਗੇ ਜਦੋਂ ਤੂੰ ਪਰਲੋਕ ਵਿੱਚ ਜਾਏਗਾ ਸਰੀਰ ਛੱਡ ਕੇ ਉੱਥੇ ਹੀ ਇਹ ਸੂਈ ਲਵਾਂਗੇ। ਇਹ ਹਮਾਰੀ ਸੇਵਾ ਦੀਅ ਤੋਹੀ। ਇਹ ਸਾਡੀ ਸੇਵਾ ਹੈ ਜਿਹੜੀ ਤੈਨੂੰ ਦਿੱਤੀ ਹੋਈ ਹੈ, ਤੂੰ ਮੰਗਦਾ ਇਹ ਸੇਵਾ ਤੈਨੂੰ ਦੇ ਦਿੱਤੀ ਹੈ। ਔਰ ਨਾ ਕਾਛ ਅਬਿਲਾਖਾ ਮੋਹੀ।
ਮਾਹੀ। ਹੋਰ ਵੀ ਤੇਰੇ ਕੋਲ ਲੱਖਾਂ ਰੁਪਏ ਐ ਵੀ ਉਹ ਅਸੀਂ ਲੈ ਲਈਏ, ਐਸੀ ਤੇ ਸਾਨੂੰ ਕੋਈ ਇੱਛਾ ਨਹੀਂ ਹੈ। ਸੁਨ ਕਰ ਦੁਨੀ ਚੰਦ ਅਸ ਬੈਨਾ। ਸੋਣ ਕਰਕੇ ਦੁਨੀ ਚੰਦ ਮਹਾਰਾਜ ਜੀ ਦੇ ਇਹੋ ਜਿਹੇ ਬਚਨ। ਲੈ ਸੋਚੀ ਗਮਨਿਓ ਨਿਜ ਐਨਾ। ਉਹ ਸੂਈ ਸਤਿਗੁਰ ਜੀ ਪਾਸੋਂ ਲੈ ਕਰਕੇ ਆਪਣੇ ਘਰ ਵਾਲੀ ਕੋਲ ਚਲਿਆ ਗਿਆ ਹੈ। ਕਹਿ ਭਾਰ ਜਾ ਸੋ ਬਚ ਸੋਹੀ। ਸੋਈ ਕਹਿਣ ਲੱਗਾ ਵੀ ਦੁਨੀ ਚੰਦ ਹੈ ਮੇਰੀ ਘਰ ਵਾਲੀ ਏ, ਇਹ ਸੋਚੀ ਰੱਖ ਜਾਏ ਨਾ ਖੋਈ। ਆ ਜਿਹੜੀ ਸੂਈ ਆ ਨਾ ਕਿਤੇ ਵੇਖੀ ਗਵਾਚ ਗੂਚ ਨਾ ਜਾਏ, ਇਹਨੂੰ ਸੰਭਾਲ ਕੇ ਰੱਖ। ਗੁਰ ਲੇਵਹਿ ਪਰਲੋਕ ਕੇ ਮਾਹੀ। ਗੁਰੂ ਨਾਨਕ ਦੇਵ ਜੀ ਐਸਾ ਕਹਿ ਰਹੇ ਆ ਵੀ ਇੱਥੇ ਨਹੀਂ ਇਹ ਸੂਈ ਲੈਣੀ ਆ, ਜਦੋਂ ਤੁਸੀਂ ਪਰਲੋਕ ਵਿੱਚ ਜਾਓਗੇ ਉੱਥੇ ਹੀ ਇਹ ਸੂਈ ਲਵਾਂਗੇ। ਅਪਰ ਸਥਾਨ ਲੇਤ ਸੋ ਨਾਹੀ। ਉਹਨਾਂ ਹੁਣੇ ਹੀ ਆ ਕਹਿ ਦਿੱਤਾ ਵੀ ਹੋਰ ਕਿਸੇ ਥਾਂ ਤੇ ਨਹੀਂ ਇਹ ਲਵਾਂਗੇ, ਪਰਲੋਕ ਵਿੱਚ ਹੀ ਇਹ ਸੂਈ ਲਵਾਂਗੇ। ਰਾਖੋ ਭਲੀ ਪ੍ਰਕਾਰ ਸੰਭਾਰੀ। ਇਸ ਕਰਕੇ ਕਰਮਾਂ ਵਾਲੀਏ ਆ ਜਿਹੜੀ ਸੂਈ ਹੈ ਇਹਨੂੰ ਤੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਲਾ ਛੁਪਾ ਕੇ। ਤਬ ਦਹਿ ਜਬ ਲਹਿ ਅਗਾਰੀ। ਜਦੋਂ ਆ ਅੱਗੇ ਚਲੇ ਜਾਵਾਂਗੇ ਤੇ ਉੱਥੇ ਮੰਗਣਗੇ ਪਰਲੋਕ ਵਿੱਚ ਤੇ ਅਸੀਂ ਦੇ ਦੇਵਾਂਗੇ ਸੂਈ। ਸੋਨ ਤਿਹ ਤੀ ਕਹੇ ਬਚ ਐਸੇ। ਇਹਦੀ ਘਰ ਵਾਲੀ ਜਿਹੜੀ ਸਿਆਣੀ ਸੀ ਉਹ ਸੁਣ ਕੇ ਦੁਨੀ ਚੰਦ ਦੀ ਘਰ ਵਾਲੀ ਨੇ ਇਸ ਤਰ੍ਹਾਂ ਬਚਨ ਕਹੇ। ਆਗੇ ਲੈ ਜਾਵੋਗੇ ਕੈਸੇ। ਕਹਿੰਦੀ ਵੀ ਪਤੀ ਜੀ ਆ ਕਿਸ ਤਰ੍ਹਾਂ ਜਿਹੜੀ ਹੈ ਸੂਈ ਤੁਸੀਂ ਅੱਗੇ ਪਰਲੋਕ ਵਿੱਚ ਲੈ ਜਾਓਗੇ। ਨਿਤ ਸੰਗੀ ਜੋ ਦੇਹ ਵਿਚਾਰੀ। ਆ ਜਿਹੜੀ ਦੇਹ ਹੈ ਹਮੇਸ਼ਾ ਨਾਲ ਰਹਿੰਦੀ ਹੈ, ਵਿਚਾਰੀ ਜਾਂਦੀ ਵੀ ਸਰੀਰ ਨਾਲ ਰਹਿੰਦਾ ਹੈ। ਸੋ ਪੀ ਜਾਏ ਨਾ ਸਕੈ ਅਗਾਰੀ। ਨਾਲ ਰਹਿਣ ਵਾਲਾ ਜਿਹੜਾ ਸਰੀਰ ਹਰ ਵਕਤ ਵਿਚਾਰਿਆ ਮੰਨਿਆ ਜਾਂਦਾ ਹੈ, ਪਤੀ ਜੀ ਇਹਦੇ ਸਰੀਰ ਵੀ ਅੱਗੇ ਜਿਹੜਾ ਨਾਲ ਨਹੀਂ ਜਾਣਾ। ਸੁਨ ਵਿਚਾਰ ਕਰ ਸੋ ਲੈ ਆਵਾ। ਆਪਣੀ ਪਤਨੀ ਦੇ ਵਿਚਾਰ ਸੁਣ ਕੇ ਦੁਨੀ ਚੰਦ ਚੰਗੀ ਤਰ੍ਹਾਂ ਹੀ ਸੋਚ ਵਿਚਾਰ ਕੇ ਵੀ ਕਹਿ ਤੇ ਠੀਕ ਰਹੀ ਹੈ, ਉਹ ਸੂਈ ਜੀ ਲੈ ਕੇ ਉਹਦੇ ਕੋਲੋਂ ਵਾਪਸ ਲੈ ਆਇਆ ਹੈ। ਪਾਸ ਵੈਸ ਕਰ ਬਚਨ ਅਲਾਵਾ। ਗੁਰੂ ਸਾਹਿਬ ਜੀ ਕੋਲ ਬੈਠ ਕੇ ਬਚਨ ਕਿਹਾ ਇਹਨੇ। ਨਹਿ ਆਗਾ ਇਹ ਸੋਚੀ ਜਾਵੇ। ਮਹਾਰਾਜ ਜੀ ਇਹ ਜਿਹੜੀ ਤੁਸਾਂ ਨੇ ਸੂਈ ਦਿੱਤੀ ਨਾ ਸੇਵਾ ਵਾਸਤੇ ਪਰਲੋਕ ਖੜਨ ਵਾਸਤੇ, ਇਹ ਤੇ ਅੱਗੇ ਨਹੀਂ ਜਾਵੇਗੀ। ਇਹ ਬਿਦ ਮੋਤੇ ਨਹਿ ਬਨ ਆਵੇ। ਇਸ ਤਰ੍ਹਾਂ ਜਿਹੜੀ ਤੁਹਾਡੀ ਦੱਸੀ ਹੋਈ ਸੇਵਾ ਮਹਾਰਾਜ ਮੇਰੇ ਤੋਂ ਬਣ ਨਹੀਂ ਆਵੇਗੀ, ਮੈਂ ਨਹੀਂ ਕਰ ਸਕਦਾ। ਸੂਈ ਮੈਂ ਨਹੀਂ ਪਰਲੋਕ ਵਿੱਚ ਲੈ ਕੇ ਜਾ ਸਕਦਾ। ਬੋਲੇ ਬਚਨ ਤਬੈ ਜਗ ਤੇਸਾ। ਜਗਤ ਦੇ ਮਾਲਕ ਗੁਰੂ ਸਾਹਿਬ ਜੀ ਉਸ ਵੇਲੇ ਬਚਨ ਬੋਲੇ। ਪਾਇਓ ਸਮਾ ਦੇਨ ਉਪਦੇਸਾ। ਵੀ ਇਹਨੂੰ ਹੁਣ ਉਪਦੇਸ਼ ਦੇਣ ਦਾ ਸਮਾਂ ਹੈ, ਹੁਣ ਉਪਦੇਸ਼ ਦੇਣਾ ਚਾਹੀਦਾ। ਗੁਰੂ ਜੀ ਨੇ ਸਮਾਂ ਪਾਇਆ ਹੈ। ਸਪਤ ਲਾਖ ਤੈ ਸੰਚਿਓ ਦਰਬਾਰ। ਗੁਰੂ ਸਾਹਿਬ ਜੀ ਕਹਿੰਦੇ ਦੁਨੀ ਚੰਦ ਤੈਨੂੰ ਸੂਈ ਦੀ ਸੇਵਾ ਦਿੱਤੀ ਹੈ, ਤੂੰ ਕਹਿੰਦਾ ਨਾਲ ਨਹੀਂ ਜਾਏਗੀ, ਤੇ ਆ ਜਿਹੜਾ 7 ਲੱਖ ਰੁਪਈਆ ਇਕੱਠਾ ਕਰਕੇ ਰੱਖਿਆ ਹੈ ਤੈਨੇ, ਸੋ ਕੈਸੇ ਲੈ ਜਾਵਹਿ ਸਰਬਾ। ਉਹ ਸਾਰਾ ਕਿਸ ਤਰ੍ਹਾਂ ਤੂੰ ਗੱਡਿਆਂ ਦੇ ਲੱਦ ਕੇ ਪੰਡ ਬਨ ਕੇ ਲੈ ਜਾਏਗਾ। ਧਨ ਜੋ ਸੰਚ ਕਰਹਿ ਬਹੁ। ਧਨ ਕੋ ਸੰਚ ਕਰਹਿ ਬਹੁ ਕਲਮਲ। ਜੋ ਤੂੰ ਬਹੁਤ ਹੀ ਪਾਪ ਕਰ ਕਰਕੇ ਤੇ ਆ ਤੂੰ ਮਾਇਆ ਇਕੱਠੀ ਕਰ ਰਿਹਾ ਹੈ। ਬੋਲਹਿ ਕੂੜ ਕਰਤ ਹੈ ਛਲ ਬਲ। ਝੂਠ ਬੋਲਦਾ ਹੈ ਤੇ ਛਲ ਵੱਲ ਠੱਗੀਆਂ ਫਰੇਬੀਆਂ ਕਰਦਾ, 420 ਕਰਦਾ ਲੋਕਾਂ ਨਾਲ। ਆਗੇ ਸੰਗ ਨਾ ਹੋਤ ਸਹਾਈ। ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਵੀ ਪਾਪਾਂ ਬਿਨਾ ਮਾਇਆ ਇਕੱਠੀ ਹੁੰਦੀ ਕੋਈ ਨਹੀਂ, ਠੱਗੀ ਠੋਰੀ ਤੋਂ ਬਿਨਾ ਮਰਿਆ ਸਾਥ ਜਾਂਦੀ ਕੋਈ ਨਹੀਂ ਹੈ। ਗੁਰੂ ਸਾਹਿਬ ਜੀ ਕਹਿ ਰਹੇ ਵੀ ਇਹ ਜੇ ਤੂੰ ਇਕੱਠੀ ਕੀਤੀ ਹੈ ਲੋਕਾਂ ਨਾਲ ਫਰੇਬੀਆਂ ਕਰਕੇ,
ਧੋਖੇ ਧੜੀਆਂ ਕਰ ਕਰਕੇ ਤੇ ਇਹ ਅੱਗੇ ਦੇ ਸਹਾਈ ਨਹੀਂ ਹੁੰਦੀ ਮਾਇਆ। ਸੰਚਤ ਸੰਚਤ ਔਦ ਬਿਹਾਈ। ਜਿਹਨੂੰ ਇਕੱਠਿਆਂ ਕਰ ਕਰਕੇ ਸਾਰੀ ਉਮਰ ਲੰਘਾ ਦਿੱਤੀ ਹੈ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਰ ਅਵਰ ਕੋ ਦੀਨੀ। ਇਹ ਸੰਚਿਤ ਇਕੱਠੀ ਕਰ ਮਨੁੱਖ ਕਰ ਲੈਂਦਾ ਪੈਸਾ ਬੜਾ, ਉਹ ਮਰ ਮੁਰ ਜਾਂਦਾ ਹੈ। ਪ੍ਰਭ ਉਸ ਤੇ ਡਰ, ਉਹ ਤੋਂ ਖੋਹ ਕਰਕੇ ਮਾਰ ਗਾਂਹ ਦੇ ਦਿੰਦੇ ਹੈ। ਇਸੇ ਤਰ੍ਹਾਂ ਹੀ ਹੁੰਦਾ ਹੈ, ਸਾਨੂੰ ਪਤਾ ਹੀ ਹੈ ਸਾਰਾ ਕੁਝ। ਕਰਿਓ ਰਹਿ ਧਨ ਮ੍ਰਿਤੂ ਸੋ ਆਈ। ਜਦੋਂ ਹੀ ਆ ਮੌਤ ਆ ਜਾਂਦੀ ਹੈ, ਪੈਸਾ ਤੇ ਇੱਥੇ ਪਿਆ ਰਹਿੰਦਾ ਹੈ। ਕਰਤ ਪਾਪ ਸੋ ਜੀਵ ਪੰਚਾਈ। ਦੁਨੀ ਚੰਦ ਜਿਹੜਾ ਤੇਰਾ ਅੰਦਰਲਾ ਜੀਵ ਕਰਦਾ ਹੈ ਨਾ ਪਾਪ, ਪੈਸੇ ਇਕੱਠੇ ਕਰਨ ਵਾਸਤੇ ਇਹੀਓ ਫਿਰ ਭੋਗੇਗਾ। ਸਰਿਓ ਦਰਬ ਤੇ ਕੌਨੇ ਕਾਮਾ। ਜੋ ਤੂੰ ਇਹਨੇ ਇਕੱਠਾ ਕੀਤਾ 7 ਲੱਖ ਰੁਪਈਆ, ਇਹ ਤੇਰਾ ਦੱਸ ਵੀ 7 ਲੱਖ ਰੁਪਈਏ ਨਾਲ ਕਿਹੜਾ ਤੇਰਾ ਕੰਮ ਸਰਿਆ ਹੈ ਅੱਜ ਤੱਕ। ਬਿਨਾ ਪੁੰਨ ਤੇ ਦੁੱਖ ਕੋ ਧਾਮਾ। ਜੇ ਤੂੰ ਇਹਨੂੰ ਦਾਨ ਪੁੰਨ ਕਰਦਾ ਫਿਰ ਤੇ 7 ਲੱਖ ਕਿਤੇ ਕੰਮ ਆ ਜਾਂਦਾ, ਕਿਤੇ ਟਿਕਾਣੇ ਲੱਗ ਜਾਂਦਾ। ਬਿਨਾ ਪੁੰਨ ਤੋਂ ਇਹ ਪੈਸਾ ਦੇ ਦੁੱਖ ਦਾ ਘਰ ਹੀ ਹੈ। ਦੁਨੀ ਚੰਦ ਸੁਨ ਗਿਰਾ ਉਚਾਰੀ। ਦੁਨੀ ਚੰਦ ਸੁਣ ਕੇ ਕਹਿਣ ਲੱਗਾ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਮਹਾਰਾਜ ਜੀ ਕਿਸ ਤਰ੍ਹਾਂ ਨਾਲ ਮੇਰੇ ਕੀਤੇ ਹੋਏ ਪੈਸੇ ਇਕੱਠੇ ਅੱਗੇ ਹੋ ਕੇ ਜਾਣ। ਸੋ ਕਰੁਣਾ ਕਰ ਮੁਝੇ ਬਤਾਵੋ। ਉਹ ਕਿਰਪਾ ਕਰਕੇ ਗੁਰੂ ਸਾਹਿਬ ਜੀ ਮੈਨੂੰ ਦੱਸ ਦਿਓ ਢੰਗ ਤਰੀਕਾ ਵੀ ਮੈਂ 7 ਲੱਖ ਪੰਡ ਬਣ ਕੇ ਨਾਲ ਹੀ ਲੈ ਜਾਵਾਂ। ਦੀਨ ਜਾਨ ਉਪਦੇਸ਼ ਦ੍ਰਿੜਾਵੋ। ਮੈਨੂੰ ਆਏ ਨਿਮਾਣਾ ਦੀਨ ਨਿਮਰਤਾ ਵਾਲਾ ਜਾਣ ਕੇ ਗੁਰੂ ਸਾਹਿਬ ਜੀ ਉਪਦੇਸ਼ ਪੱਕਾ ਹੀ ਦ੍ਰਿੜਾਓ ਵੀ ਕਿਵੇਂ ਜਾਏਗੀ ਸਾਥ ਮਾਇਆ ਇਹ। ਗੁਰੂ ਭਨਾ ਸੁਣੀਏ ਦੇ ਚੀਤਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਦੁਨੀ ਚੰਦ ਚਿੱਤ ਦੇ ਕੇ ਆਪਣਾ ਧਿਆਨ ਨਾਲ ਸਾਡਾ ਬਚਨ ਸੁਣ। ਇਸ ਪ੍ਰਾਨੀ ਕੇ ਤੀਨੋਂ ਮੀਤਾ। ਇਹ ਜਿਹੜਾ ਪ੍ਰਾਣਾ ਧਾਰੀ ਜੀਵ ਮਨੁੱਖ ਹੈ, ਇਹਦੇ 3 ਮਿੱਤਰ ਮੰਨੇ ਗਏ। 3 ਮਿੱਤਰ ਕਹੇ ਜਾਂਦੇ ਐ। ਦਰਬ ਪਰਵਾਰ ਕਰਮ ਲਖ ਲੀਜੈ। ਇੱਕ ਤੇ ਇਸ ਜੀਵ ਦਾ ਪੈਸਾ ਮਿੱਤਰ ਹੈ, ਦੂਸਰਾ ਪਰਿਵਾਰ ਮਿੱਤਰ ਹੈ, ਤੀਸਰੇ ਜਿਹੜੇ ਚੰਗੇ ਮਾੜੇ ਕਰਮ ਹੈ ਉਹ ਮਿੱਤਰ ਹੈ ਜਾਣ ਲੈ। ਜਸ ਸੰਗੀ ਤਸ ਦਸ਼ਾ ਸੁਨੀਜੈ। ਜਿਸ ਤਰ੍ਹਾਂ ਇਹ ਤਿੰਨੇ ਪੈਸਾ ਪਰਿਵਾਰ ਕਰਮ ਮਿੱਤਰ ਹੈ, ਸੰਗੀ ਸਾਥੀ ਰਹਿੰਦੇ ਨਾਲ ਸਾਥ ਨਿਭਾਉਂਦੇ ਐ। ਇਹਨਾਂ ਤਿੰਨਾਂ ਦੀ ਵੀ ਜਿਹੜੀ ਹਾਲਤ ਉਹ ਸੁਣ ਲਈਏ ਵੀ ਕਿਹੜੇ ਕਿੱਥੋਂ ਤੱਕ ਨਿਭਦੇ ਹਨ। ਜਬ ਲੋ ਪ੍ਰਾਨ ਰਹਿ ਤਨ ਮਾਹੀ। ਉਹ ਸੁਣ ਵੀ ਦੁਨੀ ਚੰਦ, ਜਿੰਨਾ ਚਿਰ ਤੱਕ ਇਹ ਪ੍ਰਾਣ ਸਰੀਰ ਵਿੱਚ ਰਹਿੰਦੇ ਐ, ਸਵਾਸ ਚੱਲਦੇ ਆ ਮਨੁੱਖ ਦੇ, ਤਬ ਲੋ ਧਨ ਮਿਤ ਬਹਰੋ ਨਾਹੀ। ਉਦੋਂ ਤੱਕ ਹੀ ਇਹ ਧਨ ਮਿੱਤਰ ਹੈ, ਮੁੜ ਨਹੀਂ ਇਹ ਕੋਈ ਮਿੱਤਰ। ਜਿੰਨਾ ਚਿਰ ਜੀਂਦਾ ਹੈ ਉਹ ਪੈਸੇ ਨਾਲ ਕੱਪੜੇ ਹੰਢਾ ਸਕਦਾ ਹੈ, ਚੰਗਾ ਖਾ ਸਕਦਾ ਹੈ, ਨੱਚ ਟੱਪ ਸਕਦਾ ਹੈ, ਵਿਆਹ ਸ਼ਾਦੀਆਂ ਕਰ ਸਕਦਾ ਹੈ, ਤੇ ਇਹ ਪੈਸਾ ਉਨਾ ਚਿਰ ਹੀ ਕੰਮ ਹੈ ਜਿੰਨਾ ਚਿਰ ਸਰੀਰ ਹੈ। ਜਦੋਂ ਇਹ ਸਰੀਰ ਖਤਮ ਹੋ ਗਿਆ ਫਿਰ ਪੈਸਾ ਵੀ ਉੱਥੇ ਹੀ ਸਾਥ ਛੱਡ ਦਿੰਦਾ ਹੈ। ਤੇਤ ਸੰਭਾਰ ਅਪਰ ਹੀ ਜਾਂ ਕੋ। ਇਸ ਪੈਸੇ ਨੂੰ ਤੇ ਫਿਰ ਹੋਰ ਹੀ ਆ ਕੇ ਸੰਭਾਲ ਲੈਂਦੇ ਐ। ਧੀਆਂ ਪੁੱਤਰ ਆ ਕੇ ਲੜਨਾ ਸ਼ੁਰੂ ਕਰ ਦਿੰਦੇ, ਮੇਰਾ ਹਿੱਸਾ ਹੈ। ਸੰਬੰਧੀ ਕਹਿੰਦੇ ਮੇਰਾ ਹਿੱਸਾ ਹੈ, ਕੋਈ ਆਂਦਾ ਮੇਰਾ ਹਿੱਸਾ, ਕਈ ਪਿੰਡ ਵਾਲੇ ਆ ਵੱਜਦੇ ਇੱਥੇ ਸਾਡਾ ਵੀ ਹਿੱਸਾ ਹੈ, ਹੋਰ ਹੀ ਆ ਕੇ ਸੰਭਾਲ ਲੈਂਦੇ ਐ। ਉਹ ਗੁਰਬਾਣੀ ਚ ਆਉਂਦਾ, ਖਸਮ ਮਰੇ ਤੋਂ ਨਾਲ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਵੀ ਇਹ ਮਾਇਆ ਤੇ ਇਹਦਾ ਮਾਲਕ ਮਰ ਜਾਏ ਨਹੀਂ ਰੋਂਦੀ, ਕਿਉਂਕਿ ਇਹਦਾ ਰਖਵਾਲਾ ਤੇ ਹੋਰ ਆ ਜਾਂਦਾ ਹੈ। ਬਥੇਰੇ ਆ ਇਹਨੂੰ ਹੜੱਪਣ ਵਾਲੇ। ਕਲਮਲ ਅਨਕ ਕੀਏ ਹਿਤ ਜਾਂ ਕੋ। ਜਿਸ ਮਾਇਆ ਦੇ ਪ੍ਰੇਮ ਵਾਸਤੇ ਬਹੁਤੇ ਪਾਪ ਕੀਤੇ ਹੁੰਦੇ ਮਨੁੱਖ ਦੇ ਨਾਲ ਨਹੀਂ ਜਾਂਦੀ, ਤੇ ਇੱਥੋਂ ਤੱਕ ਹੀ ਮਿੱਤਰ ਹੈ ਜਿੰਨਾ ਚਿਰ ਸਰੀਰ ਜਿਉਂਦਾ ਹੈ। ਤਨ ਕੇ ਦਾਹ ਸੰਗ ਸਹਾਇ। ਤਨ ਕੇ ਦਾਹ
ਤਨ ਕੇ ਦਾਹ ਤੀਕ ਪਰਵਾਰਾ। ਤੇ ਦੂਸਰਾ ਮਿੱਤਰ ਹੈ ਇਹਦਾ ਪਰਿਵਾਰ। ਜਿੰਨਾ ਚਿਰ ਸਰੀਰ ਦਾ ਸੰਸਕਾਰ ਹੁੰਦਾ ਹੈ ਉਦੋਂ ਤੱਕ ਹੀ ਪਰਿਵਾਰ ਹੈ ਨਾਲ। ਪੁਨ ਤ੍ਰਿਣ ਤੋਰ ਹੈ ਆਏ ਅਗਾਰਾ। ਫਿਰ ਉਹ ਅੱਗ ਜੀ ਲਾ ਕੇ ਲਾਂਬੂ ਲਾ ਕੇ ਤਿਨਕਾ ਜਾ ਤੋੜ ਕੇ ਤੇ ਘਰ ਆ ਜਾਂਦੇ। ਕਹਿੰਦੇ ਹੁਣ ਤੂੰ ਆਪਣੇ ਰਾਹ ਅਸੀਂ ਆਪਣੇ ਰਾਹ, ਜਿੱਧਰੋਂ ਆਇਆ ਉਧਰ ਹੀ ਚਲਿਆ ਜਾ, ਹੁਣ ਸਾਡਾ ਨਹੀਂ ਤੂੰ ਹੈ। ਆਗੇ ਕੋਟ ਨਾ ਸੰਗ ਸਹਾਈ। ਦੇਖ ਕੇ ਪੜ। ਆਗੇ ਕੋਏ ਨਾ ਸੰਗ ਸਹਾਈ। ਇਹ ਦੁਨੀ ਚੰਦ ਅੱਗੇ ਕੋਈ ਨਹੀਂ ਸਹਾਈ ਹੁੰਦਾ। ਜਿਹੜੀ ਮਾਂ ਕਹਿੰਦੀ ਮੇਰਾ ਪੁੱਤ, ਜਿਹੜਾ ਪੁੱਤਰ ਕਹਿੰਦਾ ਮੇਰਾ ਪਿਓ, ਆ ਨਾਲ ਕੋਈ ਨਹੀਂ ਮਰਦਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਜਿਨ ਸੋਹਿਤ ਕਰ ਔਦ ਬਿਤਾਈ। ਜਿਨ੍ਹਾਂ ਨਾਲ ਇਹਨੇ ਪ੍ਰੇਮ ਕਰ ਕਰਕੇ ਸਾਰੀ ਉਮਰ ਹੀ ਲੰਘਾ ਦਿੱਤੀ, ਉਹ ਕੋਈ ਨਹੀਂ ਨਾਲ ਜਾਂਦਾ। ਝੂਠਾ ਰੁਦਨ ਹੋਆ ਦੁਆਲੇ, ਝੂਠਾ ਹੀ ਰੋਂਦੇ ਆ ਫਿਰ ਆਲੇ ਦੁਆਲੇ ਬਹਿ ਕੇ। ਤੀਜੇ ਕਰਮ ਮੀਤ ਇਸ ਕੇਰੇ। ਤੀਸਰੇ ਇਸ ਜੀਵ ਦੇ ਚੰਗੇ ਮਾੜੇ ਕਰਮ ਹਨ ਮਿੱਤਰ। ਸੇ ਨਿਤ ਸੰਗੀ ਜਾਹੇ ਅਗੇਰੇ। ਉਹ ਜਿਹੜੇ ਹੈ ਨਾ ਕਰਮ ਚੰਗੇ ਮਾੜੇ, ਉਹ ਤੇ ਹਮੇਸ਼ਾ ਹੀ ਨਾਲ ਹੀ ਜਾਂਦੇ ਆ ਬੰਦੇ ਦੇ। ਬੁਰੇ ਕੇ ਭਲੇ ਕਰੇ ਹੈ ਜੈਸੇ। ਜਿਸ ਤਰ੍ਹਾਂ ਵੀ ਇਹ ਚੰਗੇ ਕਰੇ ਮੰਦੇ ਕਰੇ, ਕਰਮ ਨਾਲ ਹੀ ਜਾਂਦੇ ਐ। ਚੰਗੇ ਕਰੇਗਾ ਤੇ ਉਹ ਮਿੱਤਰ ਬਣ ਕੇ ਜਾਣਗੇ, ਮਾੜੇ ਕਰੇਗਾ ਤੇ ਉਹ ਵੈਰੀ ਬਣ ਕੇ ਜਾਣਗੇ। ਫਲ ਦੇਵੈ ਤਸ ਹਟੈ ਨਾ ਕੈਸੇ। ਦੁਨੀ ਚਾਂਦੋ ਜ਼ਰੂਰ ਫਲ ਦਿੰਦੇ ਆ ਕਰਮ। ਉਹ ਫਲ ਦਿੱਤੇ ਤੋਂ ਬਿਨਾਂ ਕਿਸੇ ਤਰ੍ਹਾਂ ਪਿੱਛੇ ਨਹੀਂ ਮੁੜਦੇ, ਪਾਸੇ ਲਾ ਕੇ ਹੀ ਆਉਂਦੇ ਜੀਵ ਨੂੰ। ਇਸ ਬਿਦ ਹਿਰਦੈ ਵਿਚਾਰ ਕਰੀਜੈ। ਇਸ ਤਰ੍ਹਾਂ ਦਾ ਤੂੰ ਦੁਨੀ ਚਾਹੁੰਦਾ ਆਪਣੇ ਹਿਰਦੇ ਵਿੱਚ ਵਿਚਾਰ ਕਰ ਲਾ ਸਤ ਅਸਤ ਦੀ। ਦਰਬ ਭਲੇ ਕਰਮਨ ਮੈਂ ਦੀਜੈ। ਜੋ ਤੂੰ 7 ਲੱਖ ਇਕੱਠਾ ਕੀਤਾ, ਉਹਨੂੰ ਚੰਗੇ ਕਰਮਾਂ ਵਿੱਚ ਹੀ ਦੇ ਦਾ ਦਾਨ ਪੁੰਨ ਕਰ। ਆਗੈ ਹੋਵੈ ਤੋਹਿ ਸਹਾਈ। ਜੇ ਤੂੰ ਇਹਦਾ ਦਾਨ ਪੁੰਨ ਕਰੇਗਾ, ਅੱਗੇ ਸਹਾਈ ਹੋਏਗਾ। ਉਹ ਦਾਨ ਪੁੰਨ ਦਾ ਫਲ ਹੋਏਗਾ, ਜਿਹੋ ਜਿਹਾ ਤੂੰ ਕਰੇਗਾ ਉਹ ਜਿਹਾ ਤੈਨੂੰ ਜੁੜੇਗਾ ਅੱਗੇ। ਸਤ ਨਾਮ ਜਪੀਐ ਲਿਵ ਲਾਈ। ਤੇ ਨਾਲ ਜੋ ਸਤਿਨਾਮ ਵਾਹਿਗੁਰੂ ਹੈ, ਉਹ ਵੀ ਮਨ ਦੀ ਬਿਰਤੀ ਦੀ ਲਿਵ ਲਾ ਕੇ ਜਪ। ਹਰ ਕਾ ਨਾਮ ਊਹਾ ਸੰਗ ਤੋਸਾ, ਇਹਦੇ ਪੱਕਾ ਹੀ ਨਾਲ ਹੀ ਜਾਣਾ ਹੈ ਨਾਮ। ਸਤ ਸੰਗਤ ਕੋ ਕਰੋ ਮਿਲਾਪਾ। ਜਿੱਥੇ ਵੀ ਸਤ ਪੁਰਸ਼ਾਂ ਦੀ ਸੰਗਤ ਹੁੰਦੀ ਹੈ, ਉਹਦਾ ਵੀ ਮੇਲ ਮਿਲਾਪ ਕਰ ਦੁਨੀ ਚੰਦ। ਜੀਏ ਅਪਰ ਵਿਕਾਰ ਕਲਾਪਾ। ਹੋਰ ਸਾਰੇ ਜਿੰਨੇ ਵੀ ਮਾੜੇ ਮੰਦੇ ਵਕਾਰ ਮੰਦ ਕਰਮ, ਉਹ ਸਾਰੇ ਛੱਡ ਤੂੰ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ। ਇਸ ਤਰ੍ਹਾਂ ਸੁਣ ਕੇ ਗੁਰੂ ਸਾਹਿਬ ਜੀ ਦੀ ਬਾਣੀ ਬਚਨ। ਦੁਨੀ ਚੰਦ ਮਨ ਮੈਂ ਭਲ ਮਾਨੀ। ਦੁਨੀ ਚੰਦ ਨੇ ਮਨ ਵਿੱਚ ਬੜੀ ਭਲੀ ਮੰਨੀ ਹੈ ਬਾਣੀ, ਵੀ ਮੇਰੇ ਭਲੇ ਦੀ ਗੱਲ ਕਹੀ ਹੈ ਗੁਰੂ ਸਾਹਿਬ ਜੀ ਨੇ। ਅਧਿਕ ਦਰਬ ਇਕ ਠੋਕੀ ਜੇਤੋ। ਜਿੰਨਾ ਵੀ ਨੇ ਇੱਕ ਥਾਂ ਤੇ ਬਹੁਤਾ ਪੈਸਾ ਇਕੱਠਾ ਕੀਤਾ ਸੀ ਉਸ ਵੇਲੇ 7 ਲੱਖ, ਤੇ ਹੁਣ ਤੇ ਉਹ 7 ਅਰਬ ਖਰਬੀ ਬਣ ਜਾਂਦੇ ਐ। ਸੰਤਨ ਹਿਤ ਖਰਚਿਓ ਸਭ ਤੇਤੋ। ਉਹ ਸਾਰਾ ਇਹਨੇ ਸੰਤਾਂ ਦੀ ਸੇਵਾ ਵਾਸਤੇ ਖਰਚਿਆ। ਫਿਰ ਅਨੇਕ ਪ੍ਰਕਾਰ ਕਰਾਏ ਆਹਾਰਾ। ਸੰਤਾਂ ਨੂੰ ਛਕਾਉਣ ਵਾਸਤੇ ਬਹੁਤ ਤਰ੍ਹਾਂ ਦੇ ਜਿਹੜੇ ਭੋਜਨ ਉਹ ਤਿਆਰ ਕਰਵਾਏ ਦੁਨੀ ਚੰਦ ਨੇ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਸੰਤਾਂ ਨੂੰ ਉਹ ਭੋਜਨ ਛਕਾ ਕੇ ਬਹੁਤ ਤਰ੍ਹਾਂ ਦੇ ਤੇ ਬੜਾ ਪ੍ਰਸੰਨ ਕੀਤਾ ਇਸ ਨੇ। ਬਹੁਤੇ ਬਸਤਰ ਸਿਵਾਏ ਪਹਿਰਾਏ। ਫਿਰ ਜਿੰਨੇ ਕੋਈ ਨਾਂਗੇ ਸਾਧੂ ਸਨ, ਹੋਰ ਵੀ ਕਈ ਸੰਤ ਮੌਜ ਦੇ ਮਾਲਕ ਹੁੰਦੇ ਆ, ਜਿਹੜੇ ਕੱਪੜੇ ਮਾੜੇ ਮੋਟੇ ਪਾ ਕੇ ਟਾਈਮ ਕੱਟ ਲੈਂਦੇ, ਆਪਣਾ ਝਰੋਖਾ ਜਿਹਾ ਹੀ ਦਿੰਦੇ ਸਰੀਰ ਨੂੰ।
ਇਹਨੇ ਉਹ ਸੰਤਾਂ ਵਾਸਤੇ ਬਹੁਤ ਹੀ ਵਸਤਰ ਸੋਹਣੇ ਸੋਹਣੇ ਸਵਾਏ ਤੇ ਪਹਿਨਾਏ ਆ। ਸੰਤ ਜੀ ਪਾਓ ਤੁਸੀਂ ਵੀ। ਮਿਲ ਸਤ ਸੰਗਤ ਸਮਾ ਬਿਤਾਏ। ਜਿੰਨਾ ਚਿਰ ਵੀ ਰਿਹਾ ਹੈ ਸਤ ਸੰਗਤ ਵਿੱਚ ਮਿਲ ਕੇ ਆਪਣਾ ਸਮਾਂ ਲੰਘਾਇਆ, ਫਿਰ ਇਸ ਨੇ ਸਿਮਰਹਿ ਵਾਹਿਗੁਰੂ ਸਤਨਾਮੋ। ਗੁਰੂ ਜੀ ਦੇ ਬਚਨਾਂ ਦੇ ਮੰਨਦਾ ਹੋਇਆ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਹਰ ਵਕਤ। ਅਜੇ ਬਿਅਰਥ ਜੇ ਘਰ ਕੇ ਕਾਮੋ। ਜਿਹੜੇ ਆ ਘਰ ਦੇ ਸੀ ਨਾ ਕੰਮ ਵਿਅਰਥ ਸਾਰੇ ਛੱਡ ਦਿੱਤੇ ਆ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਾਧ ਸੰਗਤ ਦੇ ਵਿੱਚ ਇੱਕ ਕੇਵਲ ਨਾਮ ਨੂੰ ਤੂੰ ਸਿਮਰ ਰਹੇ ਨੇ ਉਹ ਸ਼ੁਰੂ ਕਰ ਦਿੱਤੇ ਆ। ਘਰ ਦੇ ਕੰਮਾਂ ਵਾਸਤੇ ਜਿਹੜੇ ਵਿਅਰਥ ਕੰਮ ਬਾਦਸ਼ਾਹ ਠੱਗੀਆਂ 420 ਝੂਠ ਫਰੇਬ ਕਰਦਾ ਸੀ ਉਹ ਸਾਰੇ ਹੀ ਇਹਨੇ ਛੱਡ ਦਿੱਤੇ। ਭਾ ਨਿਹਾਲ ਤਤਕਾਲ ਵਿਸਾਲਾ। ਬੜੀ ਛੇਤੀ ਕਹਿੰਦੇ ਦੁਨੀ ਚੰਦ ਨਿਹਾਲ ਹੋ ਗਿਆ ਸੀ। ਧਰ ਉਪਦੇਸ਼ ਜੋ ਦਿਓ ਦਿਆਲਾ। ਜੋ ਦਿਆਲੂ ਸਤਿਗੁਰੂ ਜੀ ਨੇ ਇਹਨੂੰ ਉਪਦੇਸ਼ ਦਿੱਤਾ, ਇਹ ਉਪਦੇਸ਼ ਨੂੰ ਧਾਰ ਕੇ ਬਹੁਤ ਛੇਤੀ ਇਹ ਸਫਲ ਹੋ ਗਿਆ। ਸਫਲ 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 ਭਈ ਯਾਤਰਾ। ਤਿਸ ਤੇ ਵਿਦਾ ਹੋਏ ਬਿਦਨੀ ਕੀ। ਦੁਨੀ ਚੰਦ ਤੋਂ ਲਾਹੌਰ ਤੋਂ ਮਹਾਰਾਜ ਬੜੀ ਚੰਗੀ ਤਰ੍ਹਾਂ ਨਾਲ ਹੀ ਵਿਦਾ ਹੋ ਕੇ ਸਿਮਰਤ ਸੁਧ ਕੀਨੀ ਭਗਨੀ ਕੀ। ਜੋ ਭੈਣ ਯਾਦ ਕਰ ਰਹੇ ਸੀ ਭੈਣ ਨਾਨਕੀ ਜੀ ਸੁਲਤਾਨਪੁਰ ਵਿਖੇ, ਉਹ ਸੰਭਾਲ ਕੀਤੀ ਹੈ ਵੀ ਭੈਣ ਜੀ ਸਾਨੂੰ ਯਾਦ ਕਰ ਰਹੇ ਹੈ ਅਤੇ ਬਚਨ ਕੀਤਾ ਸੀ ਵੀ ਜਦੋਂ ਵੀ ਤੁਸੀਂ ਯਾਦ ਕਰੋਗੇ ਜਿੱਥੇ ਵੀ ਯਾਦ ਕਰੋਗੇ ਅਸੀਂ ਉਦੋਂ ਹੀ ਹਾਜ਼ਰ ਹੋਵਾਂਗੇ। ਉਹ ਬਚਨਾਂ ਨੂੰ ਯਾਦ ਕੀਤਾ ਹੈ ਜਿੱਥੇ ਭੈਣ ਯਾਦ ਕਰ ਰਹੀ ਹੈ। ਅਤੇ ਫਿਰ ਗੁਰੂ ਸਾਹਿਬ ਜੀ ਇੱਥੋਂ ਚੱਲ ਕੇ ਲਾਹੌਰ ਤੋਂ ਅਤੇ ਭੈਣ ਨਾਨਕੀ ਜੀ ਨੂੰ ਦਰਸ਼ਨ ਦੇਣ ਵਾਸਤੇ ਸੁਲਤਾਨਪੁਰ ਗਏ ਸੀ। ਉੱਥੇ ਫਿਰ ਬਚਨ ਵਿਲਾਸ ਕਰਕੇ ਜਿਵੇਂ ਫਿਰ ਪਰਤ ਆਏ ਵਾਪਸ। ਉਹ ਹੁਣ ਉੱਥੇ ਮਹਾਰਾਜ ਜਾਣਗੇ ਭੈਣ ਨਾਨਕੀ ਜੀ ਪਾਸ, ਉਹ ਅੱਗੇ ਪ੍ਰਸੰਗ ਆਉਣਗੇ ਆਪਾਂ ਸਰਵਣ ਕਰਾਂਗੇ। ਇਸੇ ਤਰ੍ਹਾਂ ਹੀ ਇੱਥੇ ਇੰਨਾ ਕੁ ਪ੍ਰਸੰਗ ਆਇਆ ਹੈ। ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਉਹਦੇ ਵਿੱਚ ਵੀ ਇੰਨਾ ਕੀ ਪ੍ਰਸੰਗ ਹੈ, ਇੱਥੇ ਵੀ ਇੰਨਾ ਕੀ ਆਇਆ ਹੈ। ਉਂਝ ਜੋ ਸੰਪਰਦਾਈ ਮਹਾਂਪੁਰਸ਼ ਹੈ ਉਹ ਟਕਸਾਲਾਂ ਵਿੱਚ ਦੱਸਿਆ ਜਾਂਦਾ ਹੈ ਅਤੇ ਟੀਕਿਆਂ ਵਿੱਚ ਵੀ ਉਹਨਾਂ ਦੀਆਂ ਉਥਾਨਕਾਂ ਦੱਸੀਆਂ ਹੋਈਆਂ। ਜੋ ਆਸਾ ਦੀ ਵਾਰ ਵਿੱਚ 17ਵਾਂ ਛੱਕਾ ਜਦੋਂ ਆਰੰਭ ਹੁੰਦਾ ਹੈ ਅਤੇ ਸ਼ਲੋਕ ਆਉਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਜੇ ਮੁਹਾਕਾ ਘਰ ਮੋਹੈ ਘਰ ਮੋਹਿ ਪਿਤਰੀ ਦੇ ਅੱਗੇ ਵਸ ਸੰਜਾਣੀਐ ਪਿਤਰੀ ਚੋਰ ਕਰੇ ਵੱਡੀਐ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਵੀ ਇਹ ਜਿਹੜਾ ਦੁਨੀ ਚੰਦ ਸੀ ਅਤੇ ਇਹਦੇ ਦੋ ਭਰਾ ਸਨ, ਇੱਕ ਮੰਗੂ ਅਤੇ ਇੱਕ ਭਾਂਗੂ। ਕਈ ਥਾਵਾਂ 'ਤੇ ਉਹਨਾਂ ਦਾ ਨਾਮ ਭਾਂਗੂ ਅਤੇ ਮਾਂਗੂ ਲਿਖਿਆ ਹੋਇਆ ਹੈ, ਕੋਈ ਸਾਂਗੂ ਮਾਂਗੂ ਕਹਿ ਦਿੰਦੇ ਹੈ। ਅਸਲ ਵਿੱਚ ਉਹਨਾਂ ਦਾ ਨਾਮ ਜਿਹੜਾ ਇੱਕ ਦਾ ਨਾਮ ਮੰਗੂ ਅਤੇ ਇੱਕ ਦਾ ਨਾਮ ਭਾਂਗੂ ਸੀ। ਫਿਰ ਇਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸੀ ਵੀ ਸੱਚੇ ਪਾਤਸ਼ਾਹ ਜੀ ਜਿਹੜੇ ਬ੍ਰਾਹਮਣ ਹੈ ਸਨਾਤਨ ਮਤ ਨੂੰ ਮੰਨਣ ਵਾਲੇ ਸ਼ਾਸਤਰ ਪੁਰਾਣ ਜੋ ਪੜ੍ਹੇ ਹੋਏ ਉਹ ਸ਼ਰਾਧਾਂ ਦੀ ਬਹੁਤ ਮਹਿਮਾ ਕਰਦੇ ਹੈ। ਉਹ ਇਸ ਤਰ੍ਹਾਂ ਕਹਿੰਦੇ ਆ ਵੀ ਜਦੋਂ ਆ ਸ਼ਰਾਧਾਂ ਦੇ ਦਿਨ ਆਉਂਦੇ ਜਿੰਨੇ ਪਿੱਤਰ ਲੋਕ ਵਿੱਚ ਬਜ਼ੁਰਗ ਹੈ ਪਿੱਤਰ ਉਹ ਸਾਰੇ ਮਾਤ ਲੋਕ 'ਤੇ ਆ ਜਾਂਦੇ ਹੈ ਅਤੇ ਆ ਕੇ ਬ੍ਰਾਹਮਣਾਂ ਵਿੱਚ ਨਿਵਾਸ ਕਰ ਲੈਂਦੇ ਹੈ। ਇਸ ਕਰਕੇ ਬ੍ਰਾਹਮਣਾਂ ਨੂੰ ਸ਼ਰਾਧ ਦੇ ਭੋਜਨ ਕਰਕੇ ਖੀਰ ਕੜਾਹ ਪੂੜੀਆਂ ਇਹ ਛਕਾਉਣੀਆਂ ਚਾਹੀਦੀਆਂ, ਲੰਗਰ ਇਹਨਾਂ ਦਾ ਕਰਨਾ ਚਾਹੀਦਾ ਸ਼ਰਾਧਾਂ ਦੇ ਦਿਨਾਂ ਵਿੱਚ। ਫਿਰ ਉਹ ਪਿੱਤਰ ਇਹ ਬ੍ਰਾਹਮਣਾਂ ਦੇ ਰਾਹੀਂ ਛਕ ਕਰਕੇ ਅਤੇ ਆਪਣੇ ਪਿੱਤਰ ਲੋਕ ਨੂੰ ਵਾਪਸ ਚਲੇ ਜਾਂਦੇ। ਇਸ ਤਰ੍ਹਾਂ ਇਹ ਬ੍ਰਾਹਮਣਾਂ ਨੂੰ ਜਿਹੜਾ ਸ਼ਰਾਧ ਕਰਨਾ ਭੋਜਨ ਛਕਾਉਣਾ ਮਹਾਰਾਜ ਉਹ ਦੱਸਦੇ ਵੀ ਬੜਾ ਮਹਾਨ ਹੈ, ਚੰਗਾ ਹੈ, ਪਿੱਤਰਾਂ ਦੀ ਤ੍ਰਿਪਤੀ ਹੁੰਦੀ ਹੈ। ਅਤੇ ਉਹ ਤਾਂ ਸ਼ਰਾਧਾਂ ਦੀ ਇੱਥੋਂ ਤੱਕ ਮਹਿਮਾ ਕਰਦੇ ਹੋਏ ਕਹਿੰਦੇ ਵੀ ਜੇ ਕੋਈ ਜਿਹੜਾ ਹੈ ਭੋਜਨ ਪ੍ਰਸ਼ਾਦਾ ਕਰਨ ਵਾਲਾ ਗਰੀਬ ਗੁਰਬਾ ਮਾਤੜ ਨਿਮਾਣਾ ਮਾੜਾ ਹੈ ਅਤੇ ਉਹਨੂੰ ਵੀ
ਆਪਣੇ ਪਿਤਰਾਂ ਦੇ ਨਿਮਿਤ ਜ਼ਰੂਰ ਭੋਜਨ ਜਿਹੜਾ ਕਰਨਾ ਚਾਹੀਦਾ, ਸ਼ਰਾਧ ਕਰਨੇ ਚਾਹੀਦੇ ਆ। ਜੇ ਉਹਦੇ ਕੋਲ ਕੁਝ ਨਹੀਂ ਹੈ, ਭਾਵੇਂ ਚੋਰੀ ਕਰਨੀ ਪਵੇ ਕਿਸੇ ਦੇ ਘਰ, ਭਾਵੇਂ ਡਾਕੇ ਮਾਰਨੇ ਪੈਣ, ਭਾਵੇਂ ਕਿਸੇ ਨੂੰ ਮਾਰ ਕਾਟ ਕੇ ਲੁੱਟ ਖੋਹ ਕਰਕੇ ਉਹ ਪੈਸੇ ਲਿਆ ਕੇ ਤੇ ਜ਼ਰੂਰ ਦਾਨ ਕਰੇ, ਜ਼ਰੂਰ ਜਿਹੜਾ ਭੋਜਨ ਛਕਾਵੇ ਬ੍ਰਾਹਮਣਾਂ ਨੂੰ, ਤਾਂ ਜਿਹਦੇ ਪਿੱਤਰ ਜਿਹੜੇ ਹੈ ਉਹ ਤ੍ਰਿਪਤ ਹੋ ਜਾਣ। ਅਤੇ ਗੁਰੂ ਸਾਹਿਬ ਜੀ ਫਿਰ ਉੱਥੇ ਲਾਹੌਰ ਵਿੱਚ ਹੀ ਇਹਨਾਂ ਦੁਨੀ ਚੰਦ ਦੇ ਮੰਗੂ ਅਤੇ ਜਿਹੜਾ ਭਾਂਗੂ ਹੈ, ਦੋਵਾਂ ਭਰਾਵਾਂ ਦੇ ਬਚਨ ਸੁਣ ਕੇ ਫਿਰ ਸ਼ਬਦ ਉਚਾਰਿਆ ਸੀ ਵੀ ਜੇ ਮੁਹਾਕਾ ਘਰ ਮੋਹੈ ਘਰ ਮੋਹੇ ਪੁੱਤਰੀ ਦੇ, ਜੇ ਮੁਹਾਕਾ ਘਰ ਮੋਹੈ, ਵੀ ਜੇ ਦੇ ਕੋਈ ਹੈ ਮੰਗੂ ਅਤੇ ਭਾਂਗੂ, ਜੇਕਰ ਕੋਈ ਆ ਮੁਹਾਕਾ ਕਹੀਏ ਠੱਗ ਠੁੱਗ ਹੋ ਕੇ ਅਤੇ ਘਰ ਮੋਹੈ, ਕਿਸ ਦੇ ਘਰ ਨੂੰ ਠੱਗੇ ਲੁੱਟੇ ਖੋਏ ਮਾਰ ਧਾੜ ਕਰੇ, ਲੁੱਟ ਲਵੇ, ਘਰ ਮੋਹੇ ਪਿਤਰੀ ਦੇ, ਫਿਰ ਘਰ ਨੂੰ ਲੁੱਟ ਕਰਕੇ ਤੇ ਪਿਤਰੀ ਦੇ, ਜਿਹੜੇ ਆਪਣੇ ਪਿੱਤਰ ਹੈ ਉਹਨਾਂ ਦੇ ਨਿਮਿਤ ਦਾਨ ਕਰੇ, ਸ਼ਰਾਧ ਕਰੇ, ਬ੍ਰਾਹਮਣ ਸੱਦ ਕੇ ਭੋਜਨ ਕਰੇ। ਜੇ ਮੁਹਾਕਾ ਘਰ ਮੋਹੈ, ਵੀ ਜਿਹੜਾ ਕੋਈ ਮੁਹਾਕਾ ਠੱਗ ਹੈ ਤਾਂ ਉਹ ਠੱਗ ਮੋਹੈ, ਜਿਹੜਾ ਕੋਈ ਅੱਗੇ ਠੱਗ ਉਹਦੇ ਘਰ ਨੂੰ ਲੁੱਟੇ ਅਤੇ ਲੁੱਟ ਕੇ ਉਹਦੇ ਘਰ ਨੂੰ ਤੇ ਦਾਨ ਕਰੇ। ਅੱਗੇ ਵਸਤ ਸੰਜਾਣੀ ਹੈ, ਕਹਿੰਦੇ ਵੀ ਅੱਗੇ ਵਸਤ ਉਹ ਸੰਜਾਣੀ ਕਹੀਏ ਪਛਾਣੀ ਜਾਂਦੀ ਹੈ ਪਰਲੋਕ ਦੇ ਵਿੱਚ, ਅਤੇ ਪਿੱਤਰੀ ਚੋਰ ਕਰੇ, ਉਹ ਫਿਰ ਜਿਹੜਾ ਅੱਗੇ ਵਸ ਸੰਜਾਣੀ ਜਾਂਦੀ, ਜਿਹਦੇ ਕੋਈ ਚੋਰੀ ਕੀਤੀ ਹੁੰਦੀ ਉਹ ਪਛਾਣ ਲੈਂਦਾ ਹੈ ਅਤੇ ਉਹ ਕਹਿੰਦਾ ਵੀ ਸਾਡੀ ਹੈ। ਇਸੇ ਤਰ੍ਹਾਂ ਜਿਹੜੇ ਪਿੱਤਰਾਂ ਨੂੰ ਚੋਰ ਕਰ ਦਿੰਦੇ ਆ, ਫਿਰ ਜਦੋਂ ਪਛਾਣ ਲੈਂਦੇ ਵੀ ਸਾਡੀ ਚੀਜ਼ ਹੈ, ਜਦੋਂ ਪਰਲੋਕ ਵਿੱਚ ਜਾਂਦੀ ਹੈ, ਜਿਹੜੇ ਬ੍ਰਾਹਮਣ ਕੋਈ ਦਾਨ ਖਾਂਦੇ ਆ ਅਤੇ ਉੱਥੇ ਜਿਹੜਾ ਪਿੱਤਰਾਂ ਨੂੰ ਪਹੁੰਚਦਾ ਹੈ, ਅਤੇ ਉਹ ਜਿਹੜੇ ਪਿੱਤਰ ਹੈ ਫਿਰ ਅਗਲੇ ਜਿਹੜੇ ਪਿੱਤਰ ਪਰਲੋਕ 'ਚ ਬੈਠੇ ਹੁੰਦੇ, ਉਹ ਦੂਜੇ ਪਿੱਤਰਾਂ ਨੂੰ ਵੇਖ ਕੇ ਚੋਰ ਕਰ ਦਿੰਦੇ ਆ, ਦੂਸ਼ਣ ਲਾ ਦਿੰਦੇ ਆ, ਕਹਿੰਦੇ ਵੀ ਇਹ ਤਾਂ ਚੀਜ਼ ਸਾਡੀ ਹੈ, ਜਿਹੜੀ ਤੂੰ ਖਾਧੀ ਹੈ, ਅਤੇ ਸਾਡੇ ਘਰੋਂ ਅੰਨ ਦਾਣਾ ਚੋਰੀ ਕਰਕੇ ਲਿਆਂਦਾ ਹੋਇਆ ਹੈ। ਵੱਡੀਏ ਹੱਥ ਦਲਾਲ ਕੇ, ਕਹਿੰਦੇ ਮਹਾਰਾਜ ਵੀ ਇਹ ਤਾਂ ਬ੍ਰਾਹਮਣ ਤਾਂ ਇਵੇਂ ਕਹਿੰਦੇ ਆ ਕਿ ਜੇ ਚੂੜੀ ਜੀ ਸਟਾ ਦਈਏ ਇਹ ਬਹੁਤ ਪੁੰਨ ਲੱਗਦਾ ਹੈ, ਠੱਗੀ ਠੋਰੀ ਕਰਕੇ ਮਾਰ ਧਾੜ ਕਰਕੇ ਵੀ ਪਿੱਤਰਾਂ ਦਾ ਭੋਜਨ ਕਰਨਾ ਚਾਹੀਦਾ ਹੈ। ਅਤੇ ਮਹਾਰਾਜ ਕਹਿੰਦੇ ਵੱਡੀ ਹੈ ਹੱਥ ਦਲਾਲ ਕੇ, ਜਿਹੜੇ ਆ ਦਲਾਲ ਬਣੇ ਨਾ ਵਿੱਚ ਦਲਾਲੀ ਕਰਦੇ ਆ ਅਤੇ ਵੀ ਚੋਰੀ ਕਰ ਲਓ, ਮੁਸਫੀ ਇਹ ਕਰੇ, ਇਹ ਇਨਸਾਫ ਕਰਦੇ ਵੀ ਚੋਰੀ ਕਰਕੇ ਵੀ ਪਿੱਤਰਾਂ ਨੂੰ ਭੋਜਨ ਛਕਾਉਣਾ ਕਰੋ। ਮਹਾਰਾਜ ਕਹਿੰਦੇ ਮੁਸਫੀ ਇਹ ਕਰੇ, ਉਹ ਧਰਮ ਰਾਜਾ ਇਹ ਇਨਸਾਫ ਕਰਦਾ ਵੀ ਜੇ ਉਹ ਦਲਾਲਾਂ ਬ੍ਰਾਹਮਣਾਂ ਦੇ ਹੱਥ ਵੱਢੇ ਜਾਂਦੇ, ਫਿਰ ਕੱਟੇ ਜਾਂਦੇ ਆ, ਉਹਨਾਂ ਦੇ ਕੱਟੇ ਜਾਂਦੇ ਹੱਥ ਨਾਨਕ ਅੱਗੇ ਸੋ ਮਿਲੈ। ਕਹਿੰਦੇ ਮਹਾਰਾਜ ਫਿਰ ਜਿਹੜੇ ਪਿੱਤਰਾਂ ਦਾ ਪੂਜਨ ਕਰੀਦਾ ਇਹ ਸਾਰਾ ਵਿਅਰਥੀ ਹੈ, ਕਿਸੇ ਕੰਮ ਨਹੀਂ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ, ਜੇ ਤਾਂ ਘਾਲ ਕਮਾਈ ਕਰਕੇ ਦਸਾਂ ਨੋਹਾਂ ਦੀ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹੋ ਪਛਾਣ ਹੁਸੇ, ਵੀ ਜੇ ਤੇ ਦਸਾਂ ਨੋਹਾਂ ਦੀ ਘਾਲ ਕਮਾਈ ਕਰਕੇ ਉਹਦੀ ਖੱਟੀ ਕਰਕੇ ਤੇ ਅੱਗੇ ਦਵੇ ਦਾਨ, ਅੱਗੇ ਛਕਾਵੇ ਉਹ ਦਸਾਂ ਨੋਹਾਂ ਦੀ ਕਿਰਤ ਦਾ, ਫਿਰ ਅੱਗੇ ਜਾ ਕੇ ਉਹ ਬ੍ਰਾਹਮਣਾ ਜਿਹੜਾ ਭੋਜਨ ਛਕਾਉਣਾ ਪਿੱਤਰਾਂ ਨੂੰ ਵੀ ਜਾ ਕੇ ਮਿਲਦਾ ਹੈ, ਅਤੇ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਦਾ ਉਹਨੂੰ ਵੀ ਇੱਥੇ ਮਿਲਦਾ ਹੈ, ਸੋ ਮਿਲੇ ਉਹਨੂੰ ਵੀ ਮਿਲਦਾ ਅਤੇ ਅੱਗੇ ਜਾ ਕੇ ਵੀ ਉਹਨੂੰ ਮਿਲਦਾ ਹੈ। ਇਸੇ ਤਰ੍ਹਾਂ ਸੋ ਮਿਲੇ ਵੀ ਜਿਹੜਾ ਘਾਲ ਕਮਾਈ ਕਰਦਾ ਉਹਨੂੰ ਵੀ ਮਿਲਦਾ ਹੈ, ਅਤੇ ਜਿਨ੍ਹਾਂ ਦੇ ਨਿਮਿਤ ਉਹ ਇਹ ਸ਼ਰਾਧ ਦਿੰਦਾ ਹੈ, ਭੋਜਨ ਕਰਦਾ, ਅਤੇ ਉਹਨਾਂ ਨੂੰ ਜਾ ਕੇ ਅੱਗੇ ਮਿਲਦਾ ਹੈ। ਇਸ ਤਰ੍ਹਾਂ ਇਹ ਜਿਹੜਾ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਹੀ ਲਾਹੌਰ ਵਿੱਚ ਹੀ ਦੁਨੀ ਚੰਦ ਦਾ ਜੋ ਭਰਾ ਹੈ ਮੰਗੂ ਦੇ ਭਾਂਗੂ, ਉਹਨਾਂ ਦੇ ਨਿਮਿਤ ਉਚਾਰਨ ਕੀਤਾ ਸੀ। ਜੋ ਸੰਪਰਦਾਇ ਜਦੋਂ ਆਪਾਂ ਟੀਕੇ ਪੜ੍ਹਾਂਗੇ ਜਾਂ ਟਕਸਾਲਾਂ ਵਿੱਚ ਮਹਾਂਪੁਰਸ਼ ਦੱਸਿਆ ਕਰਦੇ, ਇਸ ਤਰ੍ਹਾਂ ਇੱਥੇ ਇੰਨਾ ਕੀ ਪ੍ਰਸੰਗ ਆਇਆ ਹੈ। ਇਸ ਤਰ੍ਹਾਂ ਜਿਹੜੀ ਇੱਥੇ ਪ੍ਰਸੰਗ ਦੀ ਸਮਾਪਤੀ ਹੈ ਦੁਨੀ ਚੰਦ ਦੇ ਸੰਬੰਧ ਵਿੱਚ।
ਅੱਗੇ ਜੋ ਰਹਿੰਦਾ ਪ੍ਰਸੰਗ ਹੈ, ਜਦੋਂ ਗੁਰੂ ਸਾਹਿਬ ਜੀ ਭੈਣ ਵੱਡੀ ਨਾਨਕੀ ਜੀ ਨੂੰ ਮਿਲਣ ਗਏ ਹੈ, ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਭਾ ਨਿਹਾਲ ਤਤਕਾਲ ਵਿਸਾਲਾ, ਧਰ ਉਪਦੇਸ ਜੋ ਦਇਓ ਦਿਆਲਾ। ਤਿਸ ਤੇ ਬਿਦਾ ਹੋਏ ਬਿਦਨੀ ਕੀ, ਸਿਮਰਤ ਸੁਧ ਕੀਨੀ ਭਗਨੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ